ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ। ਅੱਜ ਆਪਣਾ ਲੱਗਣ ਜਾ ਰਿਹਾ ਹੈ ਜੀ ਰੀਜ਼ਨਿੰਗ ਦਾ ਦੂਸਰਾ ਲੈਕਚਰ ਨੰਬਰ ਸੀ ਜੀ ਦਾ। ਠੀਕ ਹੈ ਜੀ, ਦੂਸਰਾ ਲੈਕਚਰ ਲੱਗਣ ਜਾ ਰਿਹਾ ਹੈਗਾ ਅਤੇ ਉਹ ਧਿਆਨ ਨਾਲ ਦੇਖਿਓ ਅੱਜ। ਅਤੇ ਤੁਸੀਂ ਬੰਦੇ ਬਹੁਤ ਖਰਾਬ ਹੋ, ਤੁਸੀਂ ਸਾਰੇ ਮਾੜੀ ਜਿਹੀ ਗਲਤੀ ਨਹੀਂ ਹੋਣ ਦਿੰਦੇ, ਪਤੰਦਰੋਂ ਗਰਦ ਕੱਢ ਦੇਣ ਕਮੈਂਟਾਂ ਦੀ। ਚਲੋ ਕੋਈ ਗੱਲ ਨਹੀਂ, ਚਲ ਇੰਨਾ ਤਾਂ ਮੈਨੂੰ ਪਤਾ ਲੱਗ ਗਿਆ ਪੜ੍ਹਨ ਵਾਲੇ ਹੋ ਹੈ ਨਾ। ਉਹ ਮੈਨੂੰ ਵਧੀਆ ਲੱਗਦਾ ਕਿ ਤੁਸੀਂ ਮੇਰੇ ਵਰਗਾ ਐਂ ਤਾਂ ਨਹੀਂ ਹੈਗਾ ਕੁਛ ਥੋੜ੍ਹੀ ਮੋਟੀ ਗਲਤੀ ਕਰਕੇ ਭੱਜ ਜੂਗਾ ਹੈ ਨਾ। ਪੜ੍ਹਨ ਵਾਸਤੇ ਤੁਸੀਂ ਤਿਆਰੀ ਬੈਠੇ ਹੁੰਦੇ ਹੋ, ਬਹੁਤ ਵਧੀਆ ਗੱਲ ਹੈ। ਠੀਕ ਹੈ ਜੀ, ਅਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਜਾਂਦੀ ਹੈ ਨਾ ਮੈਥ ਦੀ ਸਮਝ ਆਈ ਜਾਂਦੀ ਉਹ ਸਾਰਿਆਂ ਨੂੰ। ਜੇ ਕਿਸੇ ਨੂੰ ਬੱਚੋ ਨਹੀਂ ਸਮਝ ਆਉਂਦੀ ਹੁੰਦੀ ਨਾ, ਤੁਸੀਂ ਟੈਲੀਗ੍ਰਾਮ 'ਤੇ ਮੇਰੇ ਨਾਲ ਐਡ ਹੋ, ਤੁਸੀਂ ਮੈਨੂੰ ਸਕਰੀਨਸ਼ੋਟ ਖਿੱਚ ਕੇ ਭੇਜ ਦਿਓ ਸਵਾਲਾਂ ਦੀ। ਜਦੋਂ ਆਪਾਂ ਕਰ ਲੂੰ ਮੈਥ ਦੀ ਇੱਕ ਨਵਾਂ ਟੋਪਿਕ ਸ਼ੁਰੂ ਕਰਨਾ ਨੰਬਰ ਸਿਸਟਮ ਦਾ, ਆਪਾਂ ਬਹੁਤ ਮਹੱਤਵਪੂਰਨ ਟੋਪਿਕ ਆ ਉਹ। ਅਤੇ ਤੁਸੀਂ ਮੈਨੂੰ ਸਾਰੀਆਂ ਚੀਜ਼ਾਂ ਸੈਂਡ ਕਰ ਦਿਓ ਜਿਹੜੇ ਤੁਹਾਨੂੰ ਸਵਾਲ ਨਹੀਂ ਆਏ। ਉਹ ਕੱਲ੍ਹ ਨੂੰ ਆਪਾਂ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਉਹ ਆਪਾਂ ਸਾਰੇ ਡਿਸਕਸ ਕਰ ਲਿਆ ਕਰਾਂਗੇ। ਠੀਕ ਹੈ, ਅਤੇ ਐਂ ਰਲ ਮਿਲ ਕੇ ਆਪਣਾ ਕੰਮ ਚੱਲੀ ਜਾਊਗਾ। ਅਤੇ ਇੰਨੇ 'ਚ ਪੇਪਰ 'ਚ ਹਜੇ ਪਿਆ ਟਾਈਮ। ਅਤੇ ਜਿਹੜੇ ਹੁਣ ਬੱਚਿਆਂ ਨੂੰ ਪਹਿਲਾਂ ਸ਼ੱਕ ਸੀ, ਜਿਹੜੇ ਬੱਚੇ ਕਹਿੰਦੇ ਸੀ ਸਰ ਕੇ ਕਿਤੋਂ ਬਾਹਰ ਹੀ ਨਾ ਆ ਜੇ, ਕੇ ਦੀ ਜਿਹੜੇ ਵਿੱਚੋਂ ਹੀ ਆਊਗੀ, ਕੇ ਆਏ ਹੋ, ਗੱਲ ਸੁਣ ਲਓ ਪੁੱਤਰੋ ਤੁਸੀਂ ਸਾਰੇ। ਹੁਣ ਕੇ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਕੇ ਥੋੜ੍ਹੀ ਮੋਟੀ ਬਾਹਰੋਂ ਆ ਸਕਦੀ ਹੁੰਦੀ ਹੈ। ਜੇ 40 ਨੰਬਰ ਦੇ ਕੇ ਆਉਂਦੀ ਹੈ ਨਾ, ਥੋੜ੍ਹੀ ਮੋਟੀ ਕੇ ਬਾਹਰੋਂ ਆ ਸਕਦੀ ਹੁੰਦੀ ਹੈ। ਸਾਰੀ ਕੇ ਬਾਹਰੋਂ ਕਦੇ ਨਹੀਂ ਆਉਂਦੀ ਹੁੰਦੀ, ਸਾਰੀ ਕੇ ਨਹੀਂ ਬਾਹਰੋਂ ਆਉਂਦੀ ਹੁੰਦੀ। 40 ਦੇ ਵਿੱਚੋਂ 32 ਨੰਬਰ ਦੀ ਕੇ ਵਿੱਚੋਂ ਆ ਜਾਂਦੀ ਹੁੰਦੀ, 8 ਨੰਬਰ ਦੀ ਉਹ ਵੀ ਉਹੀ ਹੁੰਦੀ ਹੈ ਜਿਹੜੀ 'ਚ ਆਪਣਾ ਧਿਆਨ ਨਹੀਂ ਗਿਆ ਹੁੰਦਾ, ਜਿਹੜੀ ਥੋੜ੍ਹੀ ਜਿਹੀ ਮਤਲਬ ਗੱਲ ਘੁਮਾ ਕੇ ਪਾਈ ਵੀ ਹੁੰਦੀ ਹੋਊਗਾ ਸਾਰਾ ਕੁਛ ਵਿੱਚੋਂ ਹੀ। ਅਤੇ ਇੱਕ ਅੱਧੇ ਬੱਚਿਆਂ ਨੂੰ ਹਿਸਟਰੀ ਲੈਕਚਰ ਦੇ ਵਿੱਚ ਨਾ ਡੇਟਾਂ ਦੇ ਵਿੱਚ ਡਾਊਟ ਆ। ਦੇਖੋ ਬੱਚੇ, ਜਿਹੜੀਆਂ ਹਿਸਟਰੀ ਦੇ ਡੇਟਾ ਨਾ ਅਲੱਗ-ਅਲੱਗ ਕਿਤਾਬਾਂ ਦੇ ਤੁਹਾਨੂੰ ਅਲੱਗ-ਅਲੱਗ ਮਿਲਣਗੀਆਂ। ਜਿਵੇਂ ਤੁਹਾਨੂੰ ਦੱਸਿਆ ਕਿ ਸਵਰਾਜ ਪਾਰਟੀ ਅੱਧੀਆਂ ਬੁੱਕਸ 'ਤੇ 1922 ਹੈ, ਅੱਧੀਆਂ 'ਤੇ 1923 ਹੈ। ਠੀਕ ਹੈ, ਅਲੱਗ-ਅਲੱਗ ਮਿਲਣਗੀਆਂ। ਉੱਥੇ ਤੁਹਾਡਾ ਜਿਹੜਾ ਮਾਇੰਡ ਆ ਉਹ ਕੰਮ ਕਰਨਾ ਗਾ। ਉੱਥੇ ਦੋਨਾਂ ਦੇ ਵਿੱਚੋਂ ਤੁਹਾਨੂੰ ਨੇੜਲੀ ਆਪਸ਼ਨ ਨਹੀਂ ਮਿਲੂਗੀ ਉਹ ਚੀਜ਼ ਦੇ ਵਿੱਚ। ਠੀਕ ਹੈ, ਅਤੇ ਬਾਕੀ ਅੱਧੇ ਬੱਚੇ ਕਹਿ ਰਹੇ ਸੀ ਸਰ ਕਿ ਇਹਦੇ 'ਚੋਂ 40 ਨੰਬਰ ਲੈਣੇ ਜ਼ਰੂਰੀ ਹੈਗੇ ਪੇਪਰ ਦੇ ਵਿੱਚੋਂ। ਦੇਖੋ 40 ਨੰਬਰਾਂ ਵਾਲਾ ਕੀ ਪ੍ਰੋਸੈਸ ਹੈ, ਤੁਸੀਂ ਮੈਨੂੰ ਪਤਾ ਕਿ ਤੁਸੀਂ ਨਾ ਉਸ ਹਿਸਾਬ 'ਤੇ ਪੜ੍ਹੀ ਜਾਂਦੇ ਹੋ ਕਿ ਸਾਡੇ 40 ਨੰਬਰ ਆ ਜਾਣ। 40 ਨੰਬਰਾਂ ਵਾਲਾ ਕੋਈ ਨਹੀਂ ਸਿਲੈਕਟ ਹੋਣਾ, ਇਹ ਮੈਥੋਂ ਗੱਲ ਅੱਜ ਲਿਖਾ ਲਓ। ਨਾ ਹੋਵੇ 50 ਵਾਲਾ ਸਿਲੈਕਟ, ਠੀਕ ਹੈ, ਅਤੇ ਨਾ ਹੋਵੇ ਕੋਈ 55 ਵਾਲਾ ਸਿਲੈਕਟ ਹੈ। ਮੈਥੋਂ ਅੱਜ ਗੱਲ ਲਿਖਾ ਲਓ। ਹੁਣ ਜਿਹੜੀ ਇਹ 40 ਤੇ ਲਿਮਟ ਹੁੰਦੀ ਹੈ ਨਾ, 40 ਲਿਮਟ ਇਹ ਤਾਂ ਰੱਖਦੇ ਹੁੰਦੇ ਆ ਕਿ ਜਿਵੇਂ ਹੁਣ ਆਪਾਂ ਨੂੰ ਪੇਪਰ 'ਚ ਪਾਸ ਹੋਣ ਮੰਨ ਲਓ, ਚੱਲ ਤੁਸੀਂ ਮੰਨੋ ਕਿ ਭਾਈ ਕਲਾਸ ਹੈ, ਕਲਾਸ ਦੇ ਵਿੱਚੋਂ ਟੌਪ 10 ਬੱਚੇ ਕੱਢਣੇ ਹੈ। ਆਪਾਂ ਕਲਾਸ ਦੇ ਵਿੱਚੋਂ ਟੌਪ 10 ਬੱਚੇ ਕੱਢਣੇ ਕਿ ਵੀ 10 ਬੱਚੇ ਆ ਜਿਹੜੇ ਆਪਾਂ ਪੂਰੇ ਟੌਪ ਕੱਢਣੇ, ਵੱਧ ਨੰਬਰ ਲੈ ਕੇ ਜਾਣਗੇ। ਹੁਣ 100 ਨੰਬਰ ਦੇ ਪੇਪਰ ਵਿੱਚ ਟੌਪ ਵਾਲੇ ਤਾਂ 90 ਰੱਖਣੇ ਨੇ, ਟੌਪ ਵਾਲੇ 10 ਹੀ ਹੈਗੇ। ਉਹ 'ਚ 90 ਵਾਲੇ 92 ਵਾਲੇ 90 ਵਾਲੇ 99 ਵਾਲੇ ਸਿਲੈਕਟ ਹੋ ਗਏ ਹੈ। ਜਿਹੜੇ 40 ਵਾਲੇ ਹੈ ਤਾਂ ਇਹ ਵੀ ਪਾਸ ਤਾਂ ਇਹ ਵੀ ਮੰਨੇ ਜਾਣਗੇ, ਪਰ ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ, ਕਿਉਂਕਿ ਉਹਨਾਂ ਕੋਲ ਪੋਸਟ ਹੀ 10 ਸੀ। ਉਹਨਾਂ ਨੇ 10 ਬੰਦੇ ਕੱਢਣੇ, 10 ਉਹਨਾਂ ਨੇ ਕੱਢ ਲਏ। ਬਾਕੀ ਤਾਂ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀਆਂ ਦੇ ਵਿੱਚ, ਪੰਜਾਬੀ ਦੇ ਵਿੱਚ ਕੀ ਤਾਂ ਬਾਕੀ ਉਹੀ ਸਮਝੋ ਟਾਈਮ ਪਾਸ ਵਾਸਤੇ ਹੀ ਹੈ ਜਿਹੜੇ ਬਾਕੀ ਹੈ। ਇੱਕ ਜਿਵੇਂ ਕਹਿੰਦੇ ਨਹੀਂ ਹੁੰਦੇ ਕਿ ਆਪਾਂ ਲੋਕ BA ਕਰਨ ਲੱਗ ਜਾਂਦੇ ਆ, ਕਹਿੰਦੇ BA ਦਾ ਕੀ ਫਾਇਦਾ। BA ਦਾ ਕਹਿੰਦੇ ਇਹੀ ਫਾਇਦਾ ਹੈਗਾ ਕਿ ਜਿਵੇਂ ਕੋਈ ਬੰਦਾ ਮਰ ਜਾਂਦਾ, ਮਰੇ ਤੋਂ ਬਾਅਦ ਭੋਗ ਨਹੀਂ ਪਾ ਦਿੰਦੇ ਆਪਾਂ ਕਿ ਉਹਦੀ ਆਤਮਾ ਨੂੰ ਸ਼ਾਂਤੀ ਮਿਲ ਜੇ, ਉਹੀ ਕੰਮ ਕਹਿੰਦੇ BA ਦਾ ਹੁੰਦਾ ਗਾ। ਆਪਣੇ ਪੰਜਾਬੀਆਂ ਦੇ ਵਿੱਚ ਕੀ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਕਿ ਹੁਣ ਅਸੀਂ ਗ੍ਰੈਜੂਏਸ਼ਨ ਹੋ ਗਏ। ਉਹੀ ਸੇਮ ਟੂ ਸੇਮ ਕੰਮ ਆ 40 ਨੰਬਰਾਂ ਦਾ ਕਿ ਤੁਸੀਂ ਆਪਣੀ ਆਤਮਾ ਨੂੰ ਸ਼ਾਂਤੀ ਵਾਸਤੇ ਨਹੀਂ ਪੜ੍ਹਨਾ ਕਿ 40 ਲੈ ਲਏ ਅਸੀਂ ਕਿ ਆਤਮਾ ਨੂੰ ਸ਼ਾਂਤੀ ਮਿਲ ਗਈ। ਠੀਕ ਹੈ, ਅਤੇ ਆਪਾਂ ਕੁਛ ਨਾ ਕੁਛ ਲੱਗ ਕੇ ਨਿਕਲਣਾ ਗਾ। ਠੀਕ ਹੈ, ਹੁਣ ਤੁਸੀਂ ਵੀ ਆਪਦਾ ਟਾਈਮ ਖ਼ਰਾਬ ਕਰਦੇ ਹੋ। ਟਾਈਮ ਤਾਂ ਤੁਸੀਂ ਤਾਂ ਖ਼ਰਾਬ ਕਰਦੇ ਹੋ, ਮੈਨੂੰ ਪਤਾ ਹੁਣ ਤੁਸੀਂ ਸਾਰੇ ਘਰੇ ਹੋਵੋਗੇ। ਜੇ ਤੁਸੀਂ ਘਰੇ ਨਾ ਹੁੰਦੇ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ। ਇਹਨਾਂ ਦੇ ਵਿੱਚ ਨਾ 4000 ਬੱਚਾ ਜਿਹੜਾ ਪੜ੍ਹਦਾ ਜਾਂ 6000 7000 ਜਿੰਨਾ ਹੀ ਪੜ੍ਹਦਾ ਉਹ 'ਚ ਅੱਧੀ ਰਹਿ ਜਾਂਦੇ। ਬਾਕੀ ਸਾਰੇ ਇਸ ਵੇਲੇ ਕੋਈ ਗੇੜੀਆਂ 'ਤੇ ਹੋਣਾ ਸੀ, ਕੋਈ ਗੋਲ ਗੱਪਿਆਂ ਦੀ ਰੇਹੜੀਆਂ 'ਤੇ ਹੋਣਾ ਸੀ, ਕੋਈ ਕੁਲਚੇ ਖਾਈ ਜਾਂਦਾ ਹੁੰਦਾ ਹੈ ਨਾ। ਆਪਣੇ ਆਹੀ ਕੰਮ ਹੁੰਦੇ ਆ। ਚਲੋ ਇਹ ਦੁਬਾਰਾ ਆਪਾਂ ਕਰੀਏ ਆਪਾਂ ਕੰਮ ਸ਼ੁਰੂ। ਆ ਜਾਓ ਪੁਲਿਸ ਨੂੰ ਸਾਰੇ ਇਕੱਠੇ ਹੋ ਕੇ। ਠੀਕ ਹੈ, ਥੋੜ੍ਹੀ ਮੋਟੀ ਫੀਲਿੰਗ ਲੈ ਕੇ ਪੜ੍ਹਿਆ ਕਰੋ ਪੁਲਿਸ ਵਾਲੀ ਕਿ ਆਪਾਂ ਕੋਈ ਬੰਦਾ ਫੜਨਾ। ਕੱਲ੍ਹ ਤੁਸੀਂ ਮੈਨੂੰ ਫੜ ਲਿਆ ਸੀ ਹੈ ਨਾ, ਇੱਕ ਆਪਰੇਸ਼ਨ ਗਲਤ ਹੋ ਗਿਆ ਸੀ। ਚਲੋ ਕੋਈ ਗੱਲ ਨਹੀਂ, ਕਦੇ ਕਦੇ ਗਲਤੀ ਹੋ ਜਾਂਦੀ ਹੈ। ਮੈਥੋਂ ਬਦਾਮ ਨਹੀਂ ਖਾਧੇ ਗਏ, ਗੱਲ ਯਾਰ ਭੁੱਲ ਗਿਆ ਮੈਂ ਤੜਕੇ ਖਾਣੇ। ਹਾਂ ਦੇਖੋ, ਅੱਧੇ ਬੱਚਿਆਂ ਨੂੰ ਸਮਝ ਨਹੀਂ ਆਈ ਉਹ ਗੱਲ ਸੁਣ ਲਓ ਬੱਚੇ। ਇਹ ਲੜੀ ਹੁੰਦੀ ਹੈ ਇੱਕ ਲੜੀ, ਜਿਵੇਂ ਇੱਕ ਲੜੀ ਦੂਸਰੀ ਲੜੀ ਨਾਲ ਜੁੜਦੀ ਹੁੰਦੀ। ਜਿਵੇਂ ਦੇਖੋ, ਜਿਵੇਂ ਇੱਥੇ ਆ ਗਿਆ 1, ਇੱਥੇ ਆ ਗਿਆ 2, ਇੱਥੇ ਆ ਗਿਆ 3, ਆਹ ਮੈਂ ਖਾਲੀ ਥਾਂ ਛੱਡਤੀ, ਇੱਥੇ ਆ ਗਿਆ 5। ਹੁਣ ਇੱਥੇ ਕੀ ਆਊਗਾ? ਇੱਥੇ 4 ਹੀ ਆਊਗਾ। ਇਹ ਲੜੀ ਹੁੰਦੀ ਹੈ। ਜਿਵੇਂ ਇੱਥੇ 2 ਆ ਗਿਆ, ਇੱਥੇ 4 ਆ ਗਿਆ, ਇੱਥੇ 6 ਆ ਗਿਆ, ਇੱਥੋਂ ਮੈਂ ਛੱਡਤਾ, ਇੱਥੇ 8 ਇੱਥੇ 10 ਲਾਤਾ, ਇੱਥੇ ਕੀ ਆਊਗਾ? ਇੱਥੇ ਹਰੇਕ ਨੂੰ ਪਤਾ 8 ਆਊਗਾ। ਇਹ ਲੜੀ ਹੁੰਦੀ ਹੈ ਬੱਚੇ ਦਾ, ਕੋਈ ਰੂਲ ਨਹੀਂ ਹੁੰਦਾ, ਨੋ ਰੂਲ। ਰੀਜ਼ਨਿੰਗ ਦੇ ਸਵਾਲਾਂ ਦਾ ਵਿੱਚ ਕੋਈ ਵੀ ਰੂਲ ਕੰਮ ਨਹੀਂ ਕਰਦਾ। ਜਦੋਂ ਰੀਜ਼ਨਿੰਗ ਦੀ ਆਪਾਂ ਕੋਈ ਵੀ ਬੁੱਕ ਲਵਾਂਗੇ ਉਹਦੇ 'ਚ ਲਿਖਿਆ ਵਾ ਹੋਊਗਾ ਕਿ ਇਹਨਾਂ ਸਵਾਲਾਂ ਨੂੰ ਕੱਢਣ ਦਾ ਕੋਈ ਤਰੀਕਾ ਨਹੀਂ। ਠੀਕ ਹੈ, ਕੋਈ ਰੂਲ ਨਹੀਂ ਇਹਨਾਂ ਸਵਾਲਾਂ ਨੂੰ ਕੱਢਣ ਦਾ। ਕਿਸੇ 'ਚ ਗੁਣਾ ਹੋਊ, ਕਿਸੇ 'ਚ ਜੋੜ ਹੋਊ, ਕਿਸੇ ਸਕੇਅਰ ਹੋ ਕੇ ਘਟੂ, ਕਿਸੇ 'ਚ ਗੁਣਾ ਹੋ ਕੇ ਘਟੂ।
ਇਹ ਚੀਜ਼ ਹੁੰਦੀ ਹੈ ਬੱਚਿਓ ਸਾਰੀ ਇਹਦੇ ਵਿੱਚ। ਹੁਣ ਆਪਾਂ ਸਵਾਲ ਦੀ ਗੱਲ ਕਰਦੇ ਹਾਂ ਆਪਣੇ ਦੀ 16ਵੇਂ ਦੀ। ਦੇਖੋ 16ਵਾਂ ਸਵਾਲ ਕੱਢਣ ਲੱਗੇ ਆਪਾਂ 999 984 970 x 945। ਹੁਣ ਆਪਾਂ ਇਹ ਦੱਸਣਾ ਬੱਚੋ ਕਿ ਇੱਥੇ ਕੀ ਆਊਗਾ। ਹੁਣ ਆਪਾਂ ਲੜੀ ਪਛਾਣਨੀ ਹੈ, ਠੀਕ ਹੈ। ਜਿਵੇਂ ਤੁਹਾਨੂੰ ਕੱਲ ਕਿਹਾ ਸੀ ਕਿ ਇੱਕ ਬੰਦਾ 999 ਰੁਪਏ ਸੱਟ ਗਿਆ, ਇੱਕ 984 ਸੱਟ ਗਿਆ, ਇੱਕ 970 ਸੱਟ ਗਿਆ, ਇੱਕ 945 ਸੱਟ ਗਿਆ, ਇੱਕ ਉਹ ਇੱਥੇ ਸੱਟ ਗਿਆ ਕੋਈ ਰੁਪਈਏ, ਉਹ ਆਪਾਂ ਨੂੰ ਪਤਾ ਨਹੀਂ ਕਿੰਨੇ ਸੱਟ ਗਿਆ। ਦੇਖੋ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਇਹ ਰਕਮ ਕੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਇੱਥੇ 999 ਤੋਂ 984 ਹੋ ਰਹੀ ਹੈ, 984 ਤੋਂ 970 ਹੋ ਰਹੀ ਹੈ, ਕਹਿੰਦਾ ਹੁਣ ਇੱਥੇ ਵੀ ਘਟੂਗੀ ਅਤੇ ਇੱਥੇ ਵੀ ਘਟੂਗੀ, ਇਹ ਚੀਜ਼ ਘਟਦੀ ਜਾ ਰਹੀ ਹੈ, ਠੀਕ ਹੈ। ਹੁਣ ਆਪਾਂ ਕੀ ਕਰਨਾ ਹੈ, ਹੁਣ ਆਪਾਂ ਬੱਚੋ ਦਿਮਾਗ ਇਹ ਲਾਉਣਾ ਗਾ, ਦਿਮਾਗ ਲਾ ਕੇ ਆਪਾਂ ਲੜੀ ਫੜਨੀ ਹੈ। ਹੁਣ ਕਿਵੇਂ ਫੜ ਕੇ ਲੜੀ, ਦੇਖੋ ਇਹਨਾਂ ਦੇ ਵਿੱਚ ਡਿਫਰੈਂਸ ਦੇਖੀਏ ਕਿੰਨਾ ਹੋ ਗਿਆ। 999 ਵਿੱਚ 984 ਕਢਾਏ, 5 ਆ ਗਏ ਇੱਧਰ ਅਤੇ ਇੱਧਰ ਆ ਗਿਆ 15, ਠੀਕ ਹੈ। ਕਿੰਨੇ ਰਹਿ ਗਏ, ਜਦੋਂ ਆਪਾਂ 999 ਵਿੱਚ 15 ਘਟਾਉਣਾ 984 ਆ ਜਾਂਦਾ। ਹੁਣ 984 ਚੋਂ ਕਿੰਨੇ ਘਟਾਈਏ ਕਿ 70 ਆ ਜਾਣ, ਜਿਹੜੇ 'ਚੋਂ 70 ਘਟਾਈਏ ਆ ਗਿਆ 9 ਦੇ ਵਿੱਚੋਂ 6 ਕੱਢ 7 0 14, ਠੀਕ ਹੈ। ਇਹ ਆ ਗਿਆ 14। ਇੱਥੇ ਆਪਾਂ ਨੂੰ ਪਤਾ ਨਹੀਂ ਕਿੰਨੇ ਆਉਣਗੇ ਅਤੇ ਇੱਥੇ ਵੀ ਨਹੀਂ ਆਪਾਂ ਨੂੰ ਪਤਾ ਕਿੰਨੇ ਆਉਣਗੇ। ਹੁਣ ਆਪਾਂ ਨੂੰ ਪਤਾ ਲੱਗਾ ਲੜੀ ਚੱਲ ਰਹੀ ਹੈ, ਪਹਿਲਾਂ 15 ਆ ਗਏ, ਫਿਰ 14 ਆ ਗਏ। ਇੱਥੇ ਆਪਾਂ ਨੂੰ ਸਿੱਧਾ ਅੰਦਾਜ਼ਾ ਲਾ ਗਿਆ ਕਿ ਇਸ ਤੋਂ ਬਾਅਦ ਕਿੰਨੇ ਆਉਣਗੇ ਬੱਚੇ, ਇੱਥੇ 13 ਆਉਣਗੇ ਅਤੇ ਇੱਥੇ ਕਿੰਨੇ ਆਉਣਗੇ, ਇੱਥੇ ਆਉਣਗੇ 12, ਠੀਕ ਹੈ। ਕਿਉਂਕਿ ਲੜੀ ਫੜਦੀ ਆਪਾਂ ਦੋ ਚੀਜ਼ਾਂ ਫੜ ਲਈਆਂ ਲੜੀ ਦੇ ਵਿੱਚੋਂ ਕਿ ਪਹਿਲਾਂ 15 ਆ ਰਿਹਾ, ਫਿਰ 14 ਆ ਰਿਹਾ। ਅਤੇ 999 ਜਦੋਂ ਆਪਾਂ 15 ਘਟਾਏ 984 ਆ ਗਿਆ, 984 ਜੋ 14 ਘਟਾਏ 970 ਆ ਗਿਆ। ਇਹ ਤੋਂ ਪਤਾ ਲੱਗ ਗਿਆ ਘੱਟਦੇ ਕਰਮ 'ਚ ਜਾ ਰਹੀ ਹੈ। ਪਹਿਲਾਂ 15 ਸੀ, ਫਿਰ 14 ਸੀ, ਤੋਂ ਬਾਅਦ ਆਪਾਂ ਅੰਦਾਜ਼ਾ ਲਾ ਲਓ ਕਿ ਤੋਂ ਬਾਅਦ 13 ਹੀ ਹੋਊਗਾ। ਜਦੋਂ ਆਪਾਂ 970 ਚੋਂ 13 ਘਟਾਏ, ਠੀਕ ਹੈ ਜੀ। ਜੋ 970 ਚੋਂ ਆਪਾਂ 13 ਘਟਾ ਕੇ ਦੇਖੀਏ, 970 ਦੇ ਵਿੱਚੋਂ ਆਪਾਂ 13 ਘਟਾਏ, ਇੱਧਰ ਗਿਆ ਹਾਸਲ, ਇੱਧਰ ਰਹਿ ਗਏ ਬੱਚੋ 7, ਇੱਧਰ ਰਹਿ ਗਿਆ 6, 6 ਚੋਂ ਕੱਢਿਆ 5 ਅਤੇ 957 ਆਊਗਾ ਐਕਸ ਦੀ ਥਾਂ 'ਤੇ। ਜੇ ਤੁਸੀਂ ਕਨਫਰਮ ਕਰਨਾ ਕਿ 957 ਸਹੀ ਹੈ ਤਾਂ ਇਹਦੇ ਵਿੱਚ 12 ਘਟਾ ਦਿਓ ਇਹਦੇ 'ਚੋਂ। ਜਦੋਂ 12 ਘਟਾਤੇ ਤਾਂ ਇੱਥੇ ਰਹੇਗਾ 945। ਕਹਿਣ ਦਾ ਮਤਲਬ ਕਿ ਆਪਣਾ ਸਹੀ ਆਨਸਰ ਕਿਹੜਾ ਬੱਚਿਓ, 945, ਠੀਕ ਹੈ ਜੀ। ਸਹੀ ਆਨਸਰ ਕਿਹੜਾ ਆਪਣਾ 945। ਚੱਲੀਏ ਜੀ ਹੁਣ ਅੱਗੇ ਪੇਪਰ 'ਤੇ ਪੁਲਿਸਿਓ, ਠੀਕ ਹੈ। ਆ ਜਾਓ ਹੁਣ ਅੱਗੇ 'ਤੇ, ਤੁਹਾਨੂੰ ਪੰਪ ਦੇਣੇ ਪੈਂਦੇ ਫਿਰ ਪੜ੍ਹਦੇ ਹੋ ਤੁਸੀਂ, ਐਂ ਕਿੱਥੇ ਪੜ੍ਹਦੇ ਹੋ। ਆ ਜਾਓ ਇਦੋਂ ਅਗਲਾ ਸਵਾਲ 3 5 9 17। ਇਸ ਤੋਂ ਬਾਅਦ ਆ ਗਿਆ ਜੀ ਆਪਣਾ ਐਕਸ, ਠੀਕ ਹੈ ਪੁੱਤਰੋ। ਹੁਣ ਆਪਾਂ ਫਿਰ ਬਾਈ ਮੁੰਡਿਓ ਆ ਜਾਓ ਅਤੇ ਹੁਣ ਆਪਾਂ ਸਾਰਿਆਂ ਨੇ ਨਾ ਜਿੰਨੇ ਵੀ ਆਪਾਂ ਭਰਾ ਭੈਣ ਜਿੰਨੇ ਵੀ ਹੈਗੇ ਆ, ਹੁਣ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਨਾ ਹੁਣ ਇਹਨਾਂ ਨੂੰ ਫੜਨਾ ਕਿ ਐਕਸ ਦੀ ਥਾਂ 'ਤੇ ਕਿਹੜੀ ਚੀਜ਼ ਹੋਊਗੀ। ਜਦੋਂ ਆਪਾਂ ਇੱਥੇ ਡਿਫਰੈਂਸ ਚੈੱਕ ਕੀਤਾ, ਇੱਥੇ ਕਿੰਨਾ ਡਿਫਰੈਂਸ ਸੀ 2, ਇੱਥੇ ਡਿਫਰੈਂਸ ਚੈੱਕ ਕੀਤਾ 9 ਦੇ ਵਿੱਚੋਂ 5 ਘਟਾਏ ਕਿੰਨੇ ਹੋ ਗਏ 4, ਇੱਥੇ 17 ਚੋਂ 9 ਘਟਾਏ ਕਿੰਨੇ ਰਹਿ ਗਏ ਮਗਰ, ਦੱਸੋ ਜੀ। 17 ਚੋਂ 9 ਘਟਾਏ ਕਿੰਨੇ ਹੋਣਗੇ 8, ਠੀਕ ਹੈ ਜੀ 8। ਇਹ ਕੋਈ ਸੀਰੀਜ਼ ਨਹੀਂ ਬਣ ਰਹੀ, ਠੀਕ ਹੈ। 2 ਹੋ ਗਏ, ਇੱਥੇ 4 ਹੋ ਗਏ, 9 ਹਾਂ 9। ਇਸ ਤੋਂ ਬਾਅਦ 9 ਦੇ ਵਿੱਚ ਕਿੰਨੇ ਜੋੜ ਗਏ ਆਪਾਂ, 9 ਦੇ ਵਿੱਚ 9 9 18 ਹਾਂ 17। ਇਹ ਕੋਈ ਸੀਰੀਜ਼ ਬਣ ਨਹੀਂ ਰਹੀ। ਇੱਥੇ 2 ਜੋੜ ਰਹੇ ਆ, ਇੱਥੇ 4 ਜੋੜ ਰਹੇ ਆ, ਇੱਥੇ 8 ਜੋੜ ਰਹੇ ਆ। ਜੇ ਆਪਾਂ 17 ਦੇ ਵਿੱਚ 10 ਜੋੜ ਗਏ, ਠੀਕ ਹੈ। ਇੱਥੇ 2 ਜੋੜਤੇ, ਇੱਥੇ 4 ਜੋੜਤੇ, ਇੱਥੇ ਆਪਾਂ ਜੋੜਤੇ 8। ਜਦੋਂ ਆਪਾਂ 17 ਦੇ ਵਿੱਚ 2 ਦਾ ਦੁਗਣਾ 4 ਹੋ ਗਿਆ, 4 ਦਾ ਦੁਗਣਾ 8 ਹੋ ਗਿਆ, 16। ਜਦੋਂ ਆਪਾਂ 17 ਦੇ ਵਿੱਚ 16 ਜੋੜਦੇ ਕਿੰਨਾ ਆਊਗਾ, 12 ਤੇ 1 13 ਅਤੇ 33। ਆ ਗਿਆ ਜੀ 33 ਆਨਸਰ, ਠੀਕ ਹੈ। ਇਹਦਾ 33 ਆਨਸਰ ਆ ਗਿਆ, ਓਕੇ। ਕਿਉਂਕਿ ਇੱਥੇ 2 ਆ ਗਿਆ ਸੀ, ਇੱਥੇ ਪਹਿਲਾਂ 2, ਪਹਿਲਾਂ ਇੱਥੇ 2 ਆ ਗਿਆ, 2 ਦਾ ਦੁੱਗਣਾ 4 ਹੋ ਗਿਆ, 4 ਦਾ ਦੁੱਗਣਾ 8 ਹੋ ਗਿਆ, 8 ਦਾ ਦੁੱਗਣਾ ਕਿੰਨਾ ਹੋ ਗਿਆ, 8 ਦਾ ਦੁੱਗਣਾ ਕਿੰਨਾ ਹੋ ਗਿਆ ਦੱਸੋ ਜੀ। 8 ਦਾ ਦੁੱਗਣਾ ਹੋ ਗਿਆ 16। ਇਹ ਕਿੰਨਾ ਬਣ ਗਿਆ 33। ਦੇਖੋ ਅੱਧੇ ਬੱਚੇ ਕੱਲ੍ਹ ਕਹਿ ਰਹੇ ਸੀ ਨਾ ਸਰ ਤੁਸੀਂ ਨਾ ਚੌਥਾ ਸਵਾਲ ਗਲਤ ਕਰਵਾਤਾ, ਉਹਦਾ ਆਨਸਰ 33 ਹੁੰਦਾ ਸੀ ਬੱਚਿਓ। ਉਹ ਚੱਲ ਮੰਨਦੇ ਹਾਂ ਆਪਾਂ ਕਿ ਆਪਣੇ ਜਿਹੜੀ ਆਪਸ਼ਨ ਦੇ ਹਿਸਾਬ ਤੋਂ ਆਪਰੇਸ਼ਨ ਗਲਤ ਸੀ, ਪਰ ਉਹ ਆਪਰੇਸ਼ਨ 101% ਸਹੀ ਸੀ, ਠੀਕ ਹੈ। ਉਹ ਸਹੀ ਕਿਵੇਂ ਸੀ, ਦੇਖੋ ਜਿਹੜਾ ਰੀਜ਼ਨਿੰਗ ਹੁੰਦੀ ਨਾ, ਰੀਜ਼ਨਿੰਗ ਦੇ ਵਿੱਚ ਨਾ ਜਿੰਨੀਆਂ ਵੀ ਓਬਜੈਕਸ਼ਨਾਂ ਲੱਗਦੀਆਂ ਉਹ ਰੀਜ਼ਨਿੰਗ 'ਤੇ ਲੱਗਦੀਆਂ। ਉਹ ਕਿਵੇਂ ਲੱਗਦੀਆਂ, ਦੇਖੋ ਕਈ ਵਾਰੀ ਨਾ ਆਪਸ਼ਨਾਂ ਦੇ ਵਿੱਚ 2 ਆਨਸਰ ਮਿਲ ਜਾਂਦੇ ਨੇ। ਪਿਛਲੀ ਵਾਰ ਪੇਪਰ ਹੋਇਆ ਸੀ PSSB ਦਾ, ਉਹਦੇ ਵਿੱਚ ਕੀ ਚੱਕਰ ਪੈ ਗਿਆ ਸੀ, ਉਹ 'ਚ ਕੀ ਚੱਕਰ ਪੈ ਗਿਆ ਸੀ, ਇੱਕ ਨੇ ਤਾਂ ਜਮਾਂ ਸਹੀ ਆਨਸਰ ਲਿਆਂਦਾ। ਆਪਸ਼ਨ ਦੇ ਵਿੱਚ 2 ਆਪਸ਼ਨਾਂ ਸੀ, ਦੋਨੇ ਆਪਸ਼ਨਾਂ ਦਾ ਆਨਸਰ ਸਹੀ ਹੁੰਦਾ ਸੀ। ਜਿਵੇਂ
26 ਵੀ ਆਨਸਰ ਆਉਂਦਾ ਹੋਵੇ 33, ਅੱਧੇ ਬੱਚਿਆਂ ਨੇ 26 ਕਰਤਾ, ਅੱਧੇ ਨੇ 33 ਕਰਤਾ। ਉਹਨਾਂ ਨੇ ਇੱਕ ਜਣੇ ਨੇ ਸਹੀ ਕਰਤਾ, ਦੂਜਿਆਂ ਨੇ ਗਲਤ ਕਰਤਾ। ਫਿਰ ਉਹ ਬੱਚਿਆਂ ਨੇ ਕੀ ਕੀਤਾ ਸੀ, ਸਾਰਾ ਕੁਝ ਡਿਟੇਲ ਇਕੱਠੀ ਕਰਕੇ ਉਹਨਾਂ ਨੇ ਉਹਨਾਂ ਨੂੰ ਮੈਸੇਜ ਭੇਜਤਾ ਸੀ ਜਾਂ ਈਮੇਲ ਕਰਤੀ ਸੀ ਕਿ ਸਰ ਅਸੀਂ ਆਹ ਤਰੀਕੇ ਨਾਲ ਕੱਢਿਆ, ਸਾਡਾ ਤਰੀਕਾ ਸਹੀ ਹੈ। ਅਤੇ ਇਹਦਾ ਮਤਲਬ ਫਿਰ ਉਹ ਬੱਚਿਆਂ ਨੂੰ ਵੀ ਉਹਨਾਂ ਨੇ ਗ੍ਰੇਸ ਦੇ ਦਿੱਤੀ ਸੀ। ਠੀਕ ਹੈ ਜੀ, ਇਹ ਹੁੰਦਾ ਤਰੀਕਾ ਸਵਾਲ ਕੱਢਣਾ। ਰੀਜ਼ਨਿੰਗ 2 3 ਮੈਥਡ ਨਾਲ ਨਿਕਲ ਜਾਂਦੀ ਹੁੰਦੀ ਹੈ। ਜੇ ਹੁਣ ਸਮਝ ਲਓ ਆਪਸ਼ਨ ਦੇ ਵਿੱਚ ਤੁਹਾਡੇ ਵਾਲਾ ਆਨਸਰ ਨਾ ਹੁੰਦਾ ਅਤੇ ਉੱਥੇ ਜਿਹੜੇ ਹਿਸਾਬ 'ਤੇ ਮੈਂ ਕੱਢਿਆ ਸੀ ਉਹ ਆਨਸਰ ਹੁੰਦਾ ਤਾਂ ਸਵਾਲ ਬਿਲਕੁਲ ਸਹੀ ਮੰਨਿਆ ਜਾਣਾ ਸੀ। ਉਹ ਦੇਖੋ ਆਹ ਸਵਾਲ ਆ ਜਿਹੜਾ ਤੁਹਾਡੇ ਸਾਹਮਣੇ ਕੱਢਿਆ, ਇਹ ਵੀ 2 ਤਰੀਕਿਆਂ ਨਾਲ ਨਿਕਲੀ ਜਾਂਦਾ ਹੁਣ। ਠੀਕ ਹੈ, ਅਤੇ ਕਿਸੇ ਬੰਦੇ ਦਾ ਮਾਈਂਡ ਕਿਵੇਂ ਕੰਮ ਕਰਦਾ। ਅੱਧੇ ਬੱਚੇ ਕਹਿਣਗੇ ਸਰ ਇਹ ਤਰੀਕੇ ਨਾਲ ਨਹੀਂ ਨਿਕਲਣਾ, ਇਹ ਤਰੀਕੇ ਦੇਖੋ ਬੱਚੇ, ਰੀਜ਼ਨਿੰਗ ਦਾ ਕੋਈ ਮੈਥਡ ਨਹੀਂ ਹੁੰਦਾ ਇਹ ਤੁਹਾਨੂੰ ਕਰਵਾਇਆ ਗਾ। ਦੇਖੋ ਇੱਕ ਤਰੀਕਾ ਤਾਂ ਆਹ ਹੋ ਗਿਆ ਇਹਦਾ, ਧਿਆਨ ਨਾਲ ਸੁਣੋ ਹੁਣ। ਇੱਕ ਤਰੀਕਾ ਤਾਂ ਆਹ ਹੋ ਗਿਆ, ਕਿਉਂਕਿ 3 2 ਦਾ ਡਿਫਰੈਂਸ ਹੈ, 4 2 ਦਾ ਦੁੱਗਣਾ 4 ਹੋ ਗਿਆ, 4 ਦਾ ਦੁੱਗਣਾ 8 ਹੋ ਗਿਆ, 8 ਦਾ ਦੁੱਗਣਾ 16 33 ਹੋ ਗਿਆ। ਜੇ ਆਪਾਂ ਦੂਸਰਾ ਤਰੀਕਾ ਲਾ ਕੇ ਦੇਖੀਏ, ਉਹ ਤਰੀਕਾ ਆਹ ਹੈਗਾ। 2 ਤਰੀਕੇ ਨਾਲ ਆਨਸਰ ਆਊਗਾ। ਦੇਖਿਓ, ਜੇ ਆਪਾਂ 3 ਨੂੰ 2 ਨਾਲ ਗੁਣਾ ਕਰੀਏ, 3 ਦੂਣੀ 6, 6 'ਚੋਂ 1 ਕੱਢਿਆ 5, 5 ਦੂਣੀ 10, 10 'ਚੋਂ 1 ਕੱਢਿਆ 9, 9 ਦੂਣੀ 18, 18 'ਚੋਂ 1 ਕੱਢਿਆ 17, ਇਹ ਤੋਂ ਬਾਅਦ 17 ਦੂਣੀ 34, 34 'ਚੋਂ 1 ਕੱਢਿਆ 33। ਦੇਖੋ ਬੱਚਿਓ, ਆਹ ਮੈਥਡ ਹੋਰ ਹੈ, ਆਹ ਮੈਥਡ ਹੋਰ ਹੈ। ਹੁਣ ਅੱਧੇ ਪੇਪਰ ਦੇ ਵਿੱਚ ਸਮਝ ਲਓ ਆਹ ਮੈਥਡ ਦੇ ਨਾਲ ਜੇ ਕੋਈ ਹੋਰ ਸਮ ਆਉਂਦਾ, ਇਹਨੇ ਸਮਝ ਲਓ ਆਹ ਮੈਥਡ ਨਾਲ 34 ਆਨਸਰ ਆਉਂਦਾ ਹੁੰਦਾ ਅਤੇ 34 ਆਪਸ਼ਨ 'ਚ ਵੀ ਅੱਧੇ ਵਿੱਚ ਦਾ ਆਨਸਰ ਲਾ ਕੇ ਹੁੰਦੇ, ਅਤੇ ਆਹ ਤਾਂ ਉਹਨਾਂ ਦੋਨਾਂ ਦਾ ਸਹੀ ਹੋਣਾ ਸੀ। ਠੀਕ ਹੈ, ਇੱਕ ਸਵਾਲ ਨੂੰ ਕੱਢਣ ਦੇ ਕਈ ਮੈਥਡ ਹੋ ਜਾਂਦੇ ਹੁੰਦੇ ਰੀਜ਼ਨਿੰਗ ਦੇ ਵਿੱਚ, ਕਿਉਂਕਿ ਹਰੇਕ ਬੰਦੇ ਦਾ ਦਿਮਾਗ ਅਲੱਗ-ਅਲੱਗ ਕੰਮ ਕਰਦਾ ਹੁੰਦਾ। ਆਹ ਸਵਾਲ ਤੁਹਾਨੂੰ ਮੈਂ ਹੁਣ 2 ਤਰੀਕਿਆਂ ਨਾਲ ਕਢਵਾਤਾ। ਠੀਕ ਹੈ, ਆਹ ਤਰੀਕਾ ਵੀ ਆਊਗਾ ਅਤੇ ਆਹ ਵੀ, ਮੰਨਿਆ ਦੋਨਾਂ ਦਾ ਸਹੀ ਜਾਊਗਾ। ਇਹ ਕੁਦਰਤੀ ਆਨਸਰ ਵੀ ਦੋਨਾਂ ਨਾਲ ਹੀ ਆਉਂਦਾ ਇਹਦਾ। ਠੀਕ ਹੈ ਜੀ, ਦੇਖੋ 3 ਦੂਣੀ 6 ਕਰਾਂਗੇ, ਜੇ ਆਪਾਂ 2 ਨਾਲ ਪਹਾੜੇ ਕਰਦੇ ਸਾਰਿਆਂ ਦੀ, 2 ਨਾਲ ਗੁਣਾ ਕਰਦੇ ਹਾਂ ਤਾਂ ਐਂ ਆਨਸਰ ਆ ਜਾਂਦਾ ਹੁੰਦਾ। ਠੀਕ ਹੈ, ਹੁਣ ਆਪਾਂ ਤੀਜੇ 'ਤੇ ਆ ਜਾਈਏ ਮੁੰਡਿਓ, ਚੱਲੋ। ਦੇਖੋ ਜੀ, ਹੁਣ ਆਪਾਂ ਆ ਗਏ ਤੀਸਰੇ 'ਤੇ। ਤੀਸਰੇ ਦਾ ਕੀ ਚੱਕਰ ਪੈਂਦਾ ਪੁੱਤਰੋ, ਦੇਖੋ ਤੀਸਰਾ ਤਾਂ ਸੌਖੀ ਲੱਗਦਾ ਗਾ। ਬਸ ਆਪਣੀ ਨਾ ਜਿਵੇਂ ਨਿਗਾਹ ਚਾਹੀਦੀ ਹੁੰਦੀ ਹੈ। ਨਿਗਾਹ, ਜਿਵੇਂ ਕਹਿੰਦੇ ਨੇ ਚੋਰ ਦੇ ਪੈਰ ਨਹੀਂ ਹੁੰਦੇ, ਆਪਾਂ ਪੰਜਾਬੀ 'ਚ ਕਹਾਵਤ ਹੁੰਦੀ ਚੋਰ ਦੇ ਪੈਰ ਨਹੀਂ ਹੁੰਦੇ, ਅਤੇ ਜਾਂ ਕਹਿੰਦੇ ਨਾ ਚੋਰ ਨੂੰ ਨਹੀਂ, ਚੋਰ ਦੀ ਮਾਂ ਨੂੰ ਚੱਕ ਲਓ। ਕਹਿੰਦੇ ਉਹੀ ਕੰਮ ਹੈ ਕਿ ਜਿੱਥੇ ਤੁਹਾਨੂੰ ਲੱਗਦੇ ਗੜਬੜ ਉੱਥੋਂ ਹੀ ਚੱਕ ਲਓ। ਦੇਖੋ ਇੱਥੇ 102 ਪਿਆ, ਇੱਥੇ 104 ਪਿਆ, ਇੱਥੇ 106 ਪਿਆ, ਚੀਜ਼ ਵੱਧਦੀ ਜਾਂਦੀ ਹੈ ਨਾ। ਠੀਕ ਹੈ, ਇੱਥੇ 99 ਪਿਆ, ਇੱਥੇ 97, 99 'ਚ 2 ਘਟਾਏ 97, ਅਤੇ 97 'ਚ 2 ਘਟਾਏ ਕਿੰਨੇ ਆਉਣਗੇ ਇੱਥੇ 95। ਬਣ ਗਈ ਨਾ ਆਨਸਰ, ਸਿੱਧੀ ਗੱਲ। ਐਂ ਵੀ ਲੜੀ ਚੱਕੀ ਜਾ ਸਕਦੀ ਹੈ ਬੱਚੋ। ਜਿਹੜੇ ਬੱਚੇ ਹਜੇ ਕੱਲ੍ਹ ਅੱਧੇ ਬੱਚਿਆਂ ਨੂੰ ਮੈਸੇਜ ਕੀਤਾ ਸਰ ਨੰਬਰ ਸੀਰੀਜ਼ ਔਖੀ ਵਾਲੀ, ਦੇਖੋ ਪੁੱਤਰੋ ਸਭ ਤੋਂ ਸੌਖੀ ਇਕਾਈ ਇਹ ਹੈ, ਸਭ ਤੋਂ ਸੌਖੀ ਜਿਹੜੀ ਆਪਾਂ ਇਕਾਈ ਕਰ ਰਹੇ ਹਾਂ। ਜੇ ਤੁਸੀਂ ਇਹਦੇ 'ਚ ਉਲਝ ਜਾਓਗੇ ਨਾ, ਅੱਗੇ ਫਿਰ ਔਖਾ ਹੋ ਜਾਊਗਾ। ਕੋਈ ਵੀ ਚੀਜ਼ ਹੈ, ਮੈਥ ਪਲੱਸ ਰੀਜ਼ਨਿੰਗ, ਇਹ ਦੋਨੇ ਚੀਜ਼ਾਂ ਕੀ ਭਾਲਦੀਆਂ ਬੱਚੋ, ਪ੍ਰੈਕਟਿਸ। ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਉਨੀ ਥੋੜ੍ਹੀ ਹੈ। ਠੀਕ ਹੈ, ਜਿਹੜੀ ਹੋਗੀ ਜੀਕੇ, ਜੀਕੇ ਤਾਂ ਤੁਸੀਂ ਯਾਦ ਕਰ ਲਓਗੇ ਪੇਪਰ ਦੇ ਵਿੱਚ। ਜੀਕੇ ਦੇ ਮੈਥਡ, ਜੀਕੇ ਦੇ ਦੇਖੋ, ਜੀਕੇ ਦੇ 10 ਸਵਾਲ ਆ ਗਏ, ਦੱਸੇ ਦੇ ਦੱਸੇ, ਜੇ ਤਾਂ ਆਉਂਦੇ ਆ, ਜੇ ਨਹੀਂ ਆਉਂਦੇ ਤਾਂ ਨਹੀਂ ਆਉਂਦੇ। ਪਰ ਮੈਥ ਰੀਜ਼ਨਿੰਗ ਇਹ ਜਗ੍ਹਾ ਆਪਾਂ ਮੱਥਾ ਮਾਰ ਕੇ ਆਨਸਰ ਲਿਆ ਸਕਦੇ ਹਾਂ ਇਹਦਾ। ਠੀਕ ਹੈ, ਇੱਥੋਂ ਤੱਕ ਤੁਹਾਨੂੰ ਸਾਰਿਆਂ ਨੂੰ ਗੱਲ ਕਲੀਅਰ ਹੈਗੀ। ਅਤੇ ਚੱਲ ਗਏ ਹੁਣ ਆਪਾਂ ਮੁੰਡੇ ਅੱਗੇ। ਹੁਣ ਆ ਗਿਆ ਆਹ ਸਵਾਲ ਅਗਲਾ। ਠੀਕ ਹੈ ਜੀ, ਹੁਣ ਇਹ ਸਵਾਲ ਆਪਾਂ ਕੱਢਣਾ ਧਿਆਨ ਨਾਲ। ਪਹਿਲਾਂ ਤੁਸੀਂ ਸੋਚੋ ਕਿ ਸਵਾਲ ਨਿਕਲੂਗਾ ਕਿਵੇਂ। ਹੁਣ ਦੇਖੋ ਆਪਣਾ ਜਿਹੜਾ ਇਹ ਸਵਾਲ ਆ 19ਵਾਂ, ਇਹਦੇ ਵਿੱਚ ਦੇਖੋ ਮੁਲਾਜ਼ਮ ਆਪਾਂ ਕੀ ਕਰਨਾ। ਹੁਣ ਧਿਆਨ ਨਾਲ ਦੇਖੋ, ਜਦ ਲੜੀ ਬਣਾਉਣੀ ਹੈ, ਤੁਸੀਂ ਵੀ ਹੱਸ ਰਿਹਾ ਕਰੋ। ਤੁਸੀਂ ਐਂ ਕਰਿਆ ਕਰੋ, ਇੱਕ ਵਾਰੀ ਨਾ ਤੁਸੀਂ ਜਦੋਂ ਇਹ ਸਵਾਲ ਕੱਢਦੇ ਹੁੰਦੇ ਹੋ ਨਾ, ਤੁਸੀਂ ਵੀਡੀਓ ਰੋਕ ਲਿਆ ਕਰੋ। ਵੀਡੀਓ ਰੋਕ ਕੇ ਸਵਾਲ ਕੱਢ ਕੇ ਦੇਖਿਆ ਕਰੋ ਤੁਸੀਂ ਕਿ ਆਪਣਾ ਮੈਥਡ ਕਿਵੇਂ ਕਰਦਾ ਅਤੇ ਮੈਂ ਕਿਵੇਂ ਕਰਾਉਣਾ ਇਸ ਤੋਂ ਬਾਅਦ। ਠੀਕ ਹੈ, ਅਤੇ ਆਪਣਾ ਦੇਖੋ ਆਨਸਰ ਮਿਲਦਾ ਕਿ ਨਹੀਂ ਮਿਲਦਾ। ਹੁਣ ਦੇਖੋ ਆਪਾਂ ਆਹ ਸਵਾਲ ਸ਼ੁਰੂ ਕਰਦੇ ਹਾਂ। ਇਹ ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਲਿਖ ਲਈਏ ਬੱਚੋ ਇਹ ਸਵਾਲ ਸਾਰਾ। ਦੇਖੋ 104, 109, 99, 114, 94। ਅੱਧੇ ਬੱਚੇ ਕਹਿੰਦੇ ਆਵਾਜ਼ ਘੱਟ ਆਉਂਦੀ ਹੁੰਦੀ ਆ, ਇਹਦੀ ਆਵਾਜ਼ ਵੀ ਵਧਾ ਲਿਆ ਕਰੋ ਪੁੱਤਰੋ, ਜਾਂ ਹੈੱਡਫੋਨ ਲਾ ਲਿਆ ਕਰੋ। ਆਵਾਜ਼ ਤਾਂ ਸਹੀ ਆਪਣੇ ਵੱਲੋਂ ਤਾਂ। ਠੀਕ ਹੈ, ਦੇਖੋ ਹੁਣ ਆਪਾਂ ਫੇਰ ਗੱਲ ਫੜ ਗਏ ਵਿੱਚ ਉਹਨਾਂ ਦੀ। ਜਦੋਂ ਆਪਾਂ ਸੀਰੀਜ਼ ਬਣਾ ਕੇ ਦੇਖੀਏ, ਇੱਥੇ ਘਟਦੇ ਆ, ਇੱਥੇ 104 ਤੋਂ 9 ਹੋ ਰਹੇ ਆ, ਇੱਥੇ 109 ਤੋਂ 99 ਹੋ ਰਹੇ ਆ, ਫਿਰ 99 ਤੋਂ ਫੇਰ ਵੱਧ ਰਹੇ ਆ, ਫਿਰ ਘਟ ਰਹੇ ਆ। ਇਹਦਾ ਕੀ ਤਰੀਕਾ ਲਾਈਏ ਆਪਾਂ। ਮੈਂ ਵੀ ਤੁਹਾਡੇ ਨਾਲ ਇੱਕ, ਮੈਂ ਇਹ ਨਹੀਂ ਹੈਗਾ ਕਿ ਪਹਿਲਾਂ ਪ੍ਰੈਕਟਿਸ ਕਰੀ ਬੈਠਾ ਹੁੰਦਾ। ਮੈਂ ਕਦੇ ਪਹਿਲਾਂ ਪ੍ਰੈਕਟਿਸ ਨਹੀਂ ਕਰੀ। ਮੈਂ ਤੁਹਾਡੇ ਨਾਲ ਜਿਵੇਂ ਤੁਸੀਂ ਸਵਾਲ ਕੱਢਦੇ ਹੋ ਉਵੇਂ ਬੈਠਾ, ਮੈਂ ਵੀ ਨਾਲ ਦੇ ਨਾਲ ਹੀ ਉਵੇਂ ਮੈਂ ਕਰਦਾ ਸਵਾਲ। ਠੀਕ ਹੈ, ਤਾਂ ਹੀ ਕਈ ਵਾਰੀ ਮਿਸਟੇਕ ਹੋ ਜਾਂਦੀ। ਮੇਰਾ ਉਹ ਕੰਮ ਨਹੀਂ ਹੈਗਾ ਕਿ ਤੁਹਾਨੂੰ ਮੈਂ ਉਦੋਂ ਬਣਾਈ ਜਾਵਾਂ, ਪਹਿਲਾਂ ਆਪ ਰੱਟੇ ਲਾ ਲਏ ਮੈਂ ਸਾਰੇ ਸਵਾਲਾਂ ਦੇ, ਬਾਅਦ 'ਚ ਤੁਹਾਨੂੰ ਕਰਾਈ ਜਾਵਾਂ। ਠੀਕ ਹੈ, ਮੈਂ ਵੀ ਆਪਦੇ ਨਾਲ ਆਪਦੇ ਦਿਮਾਗ ਦਾ ਲੈਣਾ ਕਿ ਤੰਤ ਕੀ ਹੈਗਾ ਕਿ ਕੋਈ ਮਾੜਾ ਮੋਟਾ ਘੱਟ ਗਿਆ। ਅਤੇ ਤੁਸੀਂ ਵੀ ਨਾ ਰੋਟੀਆਂ ਖਾ ਕੇ ਨਾ ਪਿਆ ਰਿਹਾ ਕਰੋ ਇਕੱਲੇ, ਮਾੜਾ ਮੋਟਾ ਨਾ
ਦਿਮਾਗ ਤੋਂ ਕੰਮ ਲਿਆ ਕਰੋ। ਦੇਖੋ 104 ਤੋਂ ਲੈ ਕੇ 109 ਹੋ ਰਿਹਾ ਪੁੱਤ। ਦੇਖੋ 104 ਤੋਂ ਹੋ ਰਿਹਾ 109, ਕਿੰਨੇ ਦਾ ਫਰਕ ਪੈ ਰਿਹਾ? ਇਹ ਪੈ ਰਿਹਾ ਜੀ 5+ ਹੋ ਰਿਹਾ ਹੈ ਨਾ। ਇੱਥੇ 109 ਤੋਂ 99 ਹੋ ਰਿਹਾ, ਕਿੰਨੇ ਦਾ ਫਰਕ ਪੈ ਗਿਆ? -10 ਦਾ ਫਰਕ ਪੈ ਰਿਹਾ ਇੱਥੇ ਹੈ ਨਾ। ਇਹ ਤੋਂ ਬਾਅਦ 199 ਤੋਂ 114 ਤੋਂ 99 ਹੋ ਰਹੇ ਹੈ, 114 ਤੋਂ 99 ਹੋ ਰਹੇ ਹੈ, ਇਹ ਹੋ ਗਿਆ 15। ਹਾਂ ਇਹ ਤੋਂ ਬਾਅਦ 15 ਫੇਰ ਵੱਧ ਗਏ ਇਹਦੇ 'ਚ, ਕਿੰਨੇ ਵੱਧ ਗਏ ਪੁੱਤਰੋ? 15। ਇਸ ਤੋਂ ਬਾਅਦ ਹਾਂ 20 ਫੇਰ ਘਟ ਗਏ, ਸੀਰੀਜ਼ ਬਣ ਗਈ। ਦੇਖੋ +5 ਹੋ ਰਹੇ ਹੈ, ਪਹਿਲਾਂ ਦੇਖੋ ਇੱਥੇ ਵੱਧ ਰਿਹਾ, 5 ਤੋਂ 10 ਹੋ ਰਹੇ ਹੈ, 10 ਤੋਂ 15 ਹੋ ਰਹੇ ਹੈ, 15 ਤੋਂ 20 ਹੋ ਰਹੇ ਹੈ। ਪਹਿਲਾਂ ਇੱਕ ਚੀਜ਼ ਤਾਂ ਪਲੱਸ ਦੀ ਵੱਧਦੀ ਹੈ, ਇਹ ਤੋਂ ਬਾਅਦ ਮਾਈਨਸ ਦੀ ਘਟਦੀ ਹੈ, ਫਿਰ ਪਲੱਸ ਦੀ ਵੱਧਦੀ ਹੈ, ਫਿਰ ਮਾਈਨਸ ਦੀ ਘਟਦੀ ਹੈ। ਇਹ ਤੋਂ ਬਾਅਦ ਇੱਥੇ ਕੀ ਹੋਊਗਾ? ਇੱਥੇ ਪਲੱਸ ਦੇ 25 ਆਉਣਗੇ ਹੈ ਨਾ। ਜੇ ਆਪਾਂ 94 ਦੇ ਵਿੱਚ 25 ਜੋੜ ਗਏ, ਇਹ ਬਣ ਗਏ 9 10 11 119। ਆਨਸਰ ਆ ਗਿਆ ਜੀ ਆਪਣਾ 119। ਇੱਥੇ ਤੱਕ ਕਿਸੇ ਬੱਚੇ ਨੂੰ ਕੀ ਪ੍ਰੋਬਲਮ ਹੋਵੇ ਤਾਂ ਮੈਨੂੰ ਕਮੈਂਟ ਦੇ ਵਿੱਚ ਜਾਂ ਸਕਰੀਨਸ਼ਾਟ ਲੈ ਕੇ ਆਪਰੇਸ਼ਨ ਦਾ ਭੇਜ ਦੇ, ਮੈਂ ਤੁਹਾਨੂੰ ਕਢਵਾ ਦੂੰਗਾ। ਦੇਖੋ ਆਹੀ ਚੀਜ਼ ਸੇਮ ਟੂ ਸੇਮ ਸਮਝ ਲਿਆ ਕਰੋ। ਦੇਖੋ ਪਹਿਲਾਂ ਲੜੀ ਬਣਾ ਲਓ, ਇੱਥੇ 5 ਵੱਧ ਰਹੇ ਆ, ਇੱਥੇ 10 ਘਟ ਰਹੇ ਆ, ਫਿਰ 15 ਵੱਧ ਰਹੇ ਆ, 20 ਘਟ ਰਹੇ। ਦੇਖੋ ਪਹਾੜਾ ਨਹੀਂ ਬਣ ਗਿਆ 5 ਦਾ, 5 ਤੋਂ 10, 5 ਤੋਂ 15, 5 ਚੋਂ 20, 5 5 25। ਠੀਕ ਹੈ, ਥੋੜ੍ਹਾ ਮੋਟਾ ਦਿਮਾਗ ਐਕਟਿਵ ਕਰੋ। ਮੈਂ ਸਮਝਦਾ ਕਿ ਜਿਹੜੇ ਬੱਚੇ ਨਵੇਂ ਪੜ੍ਹਨ ਲੱਗੇ ਉਹਨਾਂ ਨੂੰ ਪ੍ਰੋਬਲਮ ਆਊਗੀ। ਠੀਕ ਹੈ, ਪ੍ਰੋਬਲਮ ਕਿਵੇਂ ਹਟੂਗੀ? ਹਾਰਡ ਵਰਕ ਕਰਕੇ। ਹੁਣ ਮੈਂ ਕਿਹੜਾ ਜੰਮਦੀ ਸਿੱਖਣ ਲੱਗ ਗਿਆ ਸੀ। ਠੀਕ ਹੈ, ਮੈਂ ਵੀ ਪਹਿਲਾਂ ਇਹ ਚੀਜ਼ 'ਤੇ ਮੱਥਾ ਮਾਰਿਆ ਗਾ। ਜੇ ਮੈਂ ਜੋਬ ਲੈਣੀ ਹੋਵੇ ਨਾ, ਮੇਰਾ ਐਂ ਸਮਝੋ ਕਿ 10 ਮਿੰਟਾਂ ਦਾ ਕੰਮ ਆ ਜੋਬ ਲੈਣਾ। ਕੋਈ ਏਡੀ ਵੱਡੀ ਚੱਕਰ ਵਾਲੀ ਗੱਲ ਨਹੀਂ ਹੈਗੀ, ਉਹੀ ਆਪਾਂ ਨੂੰ ਲੱਗਦਾ ਹਊਆ ਬਣਾਇਆ ਹੋਇਆ ਆਪਾਂ, ਜਿਵੇਂ ਜੋਬ ਲੈਣੀ ਹੋਵੇ। ਠੀਕ ਹੈ, ਦੇਖੋ ਮੈਂ ਕੀ ਕਰਿਆ ਹੋਇਆ, ਮੇਰੀ ਟਾਈਪਿੰਗ ਆਉਂਦੀ ਹੈ ਮੈਨੂੰ, ਹੈ ਟਾਈਪਿੰਗ ਦੀ ਸਪੀਡ ਮੇਰੀ 60 ਦੀ ਸਪੀਡ ਹੈ ਪੰਜਾਬੀ ਦੀ, ਅਤੇ 55+ ਸਪੀਡ ਹੈਗੀ ਹੈ ਮੇਰੀ ਇੰਗਲਿਸ਼ ਦੀ। ਟਾਈਪਿੰਗ ਦੀ ਦੱਸਦਾ ਤੁਹਾਨੂੰ ਮੈਂ। ਠੀਕ ਹੈ, ਹੁਣ PSSB ਦੇ ਵਿੱਚ ਭਰਤੀ ਆਉਣੀ ਹੈ, ਉਹਦੇ ਵਿੱਚ ਟਾਈਪਿੰਗ ਟੈਸਟ ਹੁੰਦਾ, ਸੀਨੀਅਰ ਅਸਿਸਟੈਂਟ ਦੀ ਭਰਤੀ ਹੁੰਦੀ ਹੈ। ਸੀਨੀਅਰ ਅਸਿਸਟੈਂਟ ਉਹ ਬਹੁਤ ਵਧੀਆ ਪੇ ਹੁੰਦੀ ਹੈ, 45,000+ ਪੇ ਹੁੰਦੀ ਹੈ SSS ਬੋਰਡ ਦੇ ਵਿੱਚ। ਪੇਪਰ ਦੀ ਮੈਰਿਟ ਵੈਸੇ ਤਾਂ ਉਹਦੀ ਜਾਂਦੀ ਹੁੰਦੀ ਹੈ 85+, ਪਰ ਜਦੋਂ ਟਾਈਪਿੰਗ ਆ ਜਾਂਦੀ ਨਾ ਵਿੱਚ, ਟਾਈਪਿੰਗ ਕਰਕੇ ਉਹਦੀ ਮੈਰਿਟ 65 ਰਹਿ ਜਾਂਦੀ ਹੈ। ਠੀਕ ਹੈ, ਮੇਰੇ ਵਾਸਤੇ ਇਹੋ ਜਿਹੀ ਜੋਬ ਲੈਣ ਦਾ ਕੋਈ ਵੱਡੀ ਗੱਲ ਨਹੀਂ ਹੈਗੀ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਮੈਂ ਆਰਾਮ ਨਾਲ ਜੋਬ ਲੈ ਸਕਦਾ। ਅਤੇ ਹੁਣ ਮੈਂ ਥੋੜ੍ਹਾ ਮੂਡ ਵੀ ਬਣਾਇਆ ਹੋਇਆ, ਮੈਂ ਕਿਹਾ ਲਈਏ ਚੱਲ ਜੋਬ, ਅਤੇ ਸਟੱਡੀ ਤਾਂ ਆਪਾਂ ਕਰਵਾਉਂਦੇ ਰਹਾਂਗੇ ਤੁਹਾਨੂੰ। ਠੀਕ ਹੈ, ਅਤੇ ਉਹ ਕੰਮ ਨਹੀਂ ਆਪਾਂ ਛੱਡਦੇ। ਅਤੇ ਮੇਰੇ ਵਾਸਤੇ ਕੋਈ ਜੋਬ ਲੈਣ ਦੀ ਕੋਈ ਵੱਡੀ ਗੱਲ ਨਹੀਂ, ਬਸ ਤੁਸੀਂ ਇੱਕ ਵਾਰੀ ਨਾ ਮੇਰੇ ਨਾਲ ਰਲ ਕੇ ਚੱਲੋ ਬਸ, ਕਿਉਂਕਿ ਜਿਹੜਾ ਸਿਲੇਬਸ ਮੇਰੇ ਦਿਮਾਗ ਦੇ ਵਿੱਚ ਉਹੀ ਮੈਂ ਤੁਹਾਨੂੰ ਕਰਵਾ ਦੂੰਗਾ, ਫਿਰ ਆਪਾਂ ਸਾਰੇ ਵਧੀਆ ਇੱਕੋ ਜਿਹੇ ਹੋ ਜਾਵਾਂਗੇ। ਠੀਕ ਹੈ, ਮੈਂ ਇਹ ਚਾਹੁੰਦਾ ਕਿ ਸਾਰਿਆਂ ਨੂੰ ਇੱਕੋ ਜਿਹਾ ਆਵੇ ਯਾਰ, ਜਿਹੜੇ ਮੇਰੇ ਕੋਲ ਪੜ੍ਹਨ ਆਉਂਦੇ ਆ। ਇਹ ਨਾ ਹੋਵੇ ਕਿ ਟਾਈਮ ਖਰਾਬ ਕਰਨ ਆਉਂਦੇ ਆ। ਜਿਹੜੇ ਬੱਚਿਆਂ ਨੂੰ ਮੇਰੀਆਂ ਗੱਲਾਂ ਤੋਂ ਪ੍ਰੋਬਲਮ ਆ, ਉਹ ਵੀਡੀਓ ਅੱਗੇ ਕਰ ਲਿਆ ਕਰੋ, ਕੋਈ ਚੱਕਰ ਵਾਲੀ ਗੱਲ ਨਹੀਂ। ਦੇਖੋ ਆਹ ਤਾਂ ਆਪਾਂ ਕੱਢ ਲਿਆ ਸੀ ਹੈ ਨਾ 119 ਵਾਲਾ ਤਾਂ। ਹੁਣ ਆਪਾਂ ਆ ਜਾਓ ਅਗਲੇ ਦੇ ਪੁੱਤਰੋ। ਤੁਸੀਂ ਐਂ ਕਰਿਆ ਕਰੋ, ਵੀਡੀਓ ਰੋਕ ਕੇ ਨਾ ਆਪ ਸਵਾਲ ਕੱਢਿਆ ਕਰੋ ਪਹਿਲਾਂ, ਫਿਰ ਮੇਰੇ ਵਾਲਾ ਦੇਖਿਆ ਕਰੋ। 1 4 27 16, ਇੱਥੇ ਐਕਸ ਲਾ ਲਿਆ ਕਰੋ, 36 343। ਇਹ ਕੀ ਬਣ ਗਿਆ? ਇਹ ਵੀ ਨਾਲ ਉਲਝਾਉਂਦੇ ਹੈਗੇ, ਐਂ ਲੱਗਣ ਨਹੀਂ ਦੇਣਾ ਤੁਹਾਨੂੰ ਛੇਤੀ ਜਿਹੜੇ ਵਾਟਰ ਇਹਨਾਂ ਨੇ, ਉਹ ਤਾਂ ਉਲਝਾਉਣਗੇ ਤੁਹਾਨੂੰ ਇਹ ਪਹਿਲਾਂ। ਇਹ 'ਚ ਫਰਕ ਪੈ ਰਿਹਾ 3 ਦਾ, ਇੱਥੇ ਪੈ ਰਿਹਾ 23 ਦਾ, ਇੱਥੇ ਪੈ ਰਿਹਾ ਹੈਗਾ 11 ਦਾ। ਇਹ ਤਾਂ ਕੋਈ ਸੀਰੀਜ਼ ਨਹੀਂ ਬਣ ਰਹੀ 11 ਵਾਲੀ ਤਾਂ। ਦੇਖੋ ਇਹ ਕੋਈ ਸੀਰੀਜ਼ ਨਹੀਂ ਬਣ ਰਹੀ, ਇਹਦਾ ਮਤਲਬ ਇੱਥੇ ਕੀ ਹੋ ਰਿਹਾ ਹੈ? ਆਹ ਚੀਜ਼ ਚੱਕੋ ਸੱਚ ਪੁੱਤਰੋ, ਆਹ ਚੀਜ਼ ਚੱਕੋ। ਇੱਥੇ ਵੀ ਸਕੇਅਰ ਹੈ, ਆਹ ਵੀ ਸਕੇਅਰ ਹੈ, ਆਹ ਵੀ ਕਿਸੇ ਦਾ ਸਕੇਅਰ ਹੈ, ਅਤੇ ਆਹ ਵੀ ਸਕੇਅਰ ਹੈ ਨਾ। ਆਹ ਹੈਗਾ ਕਿਊਬ। ਦੇਖੋ ਹੁਣ ਤੁਹਾਨੂੰ ਅੱਧੇ ਬੱਚਿਆਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਕਿਊਬ ਕੀ ਹੁੰਦਾ। ਦੇਖੋ ਕਿਊਬ ਤਾਂ ਹੁੰਦਾ ਪੁੱਤ ਆਹ, ਸਕੇਅਰ ਤਾਂ ਹੁੰਦਾ ਆਹ, ਜਿਵੇਂ ਜੇ ਆਪਾਂ 2 ਦੇ ਉੱਤੇ 2 ਮਿਲ ਗਿਆ, ਇਹਦਾ ਮਤਲਬ ਹੁੰਦਾ ਸਕੇਅਰ 2 ਦੂਣੀ 4, ਜੇ 3 ਦੇ ਉੱਤੇ ਸਕੇਅਰ ਮਿਲ ਗਿਆ 3 9। ਅਤੇ ਜਿਹੜਾ ਹੁੰਦਾ ਗਾ ਕਿਊਬ, ਠੀਕ ਹੈ, ਆਹ ਦੂਸਰਾ ਆਪਾਂ ਨੂੰ ਨਾਮ ਭੁੱਲ ਲੱਗਿਆ, ਸਕਿੱਪ ਕਰਕੇ ਵੀ ਕੀ ਕਹਿੰਦੇ ਹੁੰਦੇ ਉਹਨੂੰ, ਇੱਕ ਤਾਂ ਸਕੇਅਰ ਕਿਊਬ ਹੀ ਕਹਿ ਦਿੰਦੇ ਆ, 3 ਦਾ ਕਿਊਬ। ਠੀਕ ਹੈ, ਅਤੇ ਇਹ ਦੇਖੋ ਜਿਵੇਂ ਹੁਣ 30 ਗੁਣਾ 30 ਮਤਲਬ 3 ਨਾਲ ਗੁਣਾ ਕਰਾਂਗੇ ਤਾਂ ਆਪਾਂ ਕਿੰਨਾ ਆਊਗਾ? 27 ਆਊਗਾ। ਠੀਕ ਹੈ, ਇਹ ਚੀਜ਼ ਇੱਕ ਮੇਰੇ ਹਿਸਾਬ 'ਤੇ ਇੱਕ ਰਕਮ ਦਾ ਆਪਾਂ ਦੇਖਦੇ, 1 ਮਿੰਟ ਕੱਢ ਕੇ ਦੇਖੋ। ਸਕੇਅਰ ਅਤੇ ਕਿਊਬ ਦਾ ਪਤਾ ਲੱਗ ਗਿਆ। ਸਕੇਅਰ ਕੀ ਹੁੰਦਾ? ਜਦੋਂ ਕਿਸੇ ਚੀਜ਼ ਦੀ 2 ਵਾਰੀ ਗੁਣਾ ਕੀਤੀ ਹੈ। ਕਿਊਬ ਕੀ ਹੁੰਦਾ? ਜਦੋਂ ਕਿਸੇ ਚੀਜ਼ ਦੀ ਗੁਣਾ 3 ਵਾਰੀ ਕੀਤੀ ਜਾਂਦੀ ਹੈ। ਠੀਕ ਹੈ, ਅਤੇ ਇਹ ਫਰਕ ਹੁੰਦਾ ਕਿਊਬ ਅਤੇ ਸਕੇਅਰ ਦੇ ਵਿੱਚ। ਦੇਖੋ ਇੱਥੇ ਆਪਾਂ ਕੀ ਕਰੋ, 1 ਨੂੰ 3 ਵਾਰੀ ਗੁਣਾ ਕਰਦੇ ਹਾਂ ਤਾਂ 1 ਆ ਜਾਊਗਾ, 2 ਨੂੰ 2 ਵਾਰੀ ਗੁਣਾ ਕਰਦੇ ਹਾਂ 4 ਆ ਜਾਊਗਾ ਹੈ ਨਾ, 3 ਦੀ 3 ਵਾਰੀ ਗੁਣਾ ਕਰਦੇ ਹਾਂ 27 ਆ ਜਾਊਗਾ, 4 ਦੀ 2 ਵਾਰੀ ਗੁਣਾ ਕਰਦੇ ਹਾਂ 16 ਆ ਜਾਊਗਾ। ਬਣ ਗਈ ਨਾ ਸੀਰੀਜ਼। ਲੋ ਜੀ ਲੈ, ਕਿੱਡਾ ਕੁ ਵੱਡਾ ਕੰਮ ਸੀ। ਬਸ ਥੋੜ੍ਹਾ ਜਿਹਾ ਦਿਮਾਗ ਐਕਟਿਵ ਰੱਖਿਓ। ਜਦੋਂ ਆਪਾਂ 1 ਦੀ 3 ਨਾਲ ਗੁਣਾ ਕਰਾਂਗੇ
1 ਆਊਗਾ। ਜੇ 2 ਦੀ 2 ਨਾਲ ਕਰਾਂਗੇ 4 ਆ ਜਾਊਗਾ। ਫਿਰ ਕਿਊਬ, ਇੱਕ ਵਾਰੀ ਤਾਂ ਕਿਊਬ ਹੋ ਰਿਹਾ, ਇੱਕ ਵਾਰੀ ਸਕੇਅਰ, ਇੱਕ ਵਾਰੀ ਕਿਊਬ, ਇੱਕ ਵਾਰੀ ਸਕੇਅਰ। ਇੱਥੇ ਕੀ ਹੋਊਗਾ, ਇੱਥੇ ਹੋਊਗਾ ਸਕੇਅਰ। ਕਿਹਦਾ ਹੋਊਗਾ, 5 ਦਾ ਸਕੇਅਰ ਹੋਊਗਾ। ਅਤੇ 5 5 ਕਿੰਨੇ ਹੁੰਦੇ ਆ, ਜਾਂ ਕਿਊਬ ਹੋਊਗਾ, ਕਿਊਬ ਹੋਊਗਾ ਹਾਂ। ਕਿਊਬ ਸਕੇਅਰ ਕਿਊਬ ਸਕੇਅਰ ਕਿਊਬ। ਇੱਥੇ ਕਿਤੇ 1 2 3 4, ਇੱਥੇ ਕੀ ਆਊਗਾ 5 5 ਦਾ ਜਦੋਂ ਆਪਾਂ ਕਿਊਬ ਕਰਾਂਗੇ, ਕਿਊਬ ਨੂੰ ਕਿੰਨਾ ਦਾ 3, 5 ਦੀ 3 ਵਾਰੀ ਗੁਣਾ ਕਰਾਂਗੇ ਆਪਾਂ, ਕਿੰਨਾ ਆ ਜਾਊਗਾ 5 5 25, 25 5 125। ਠੀਕ ਹੈ ਜੀ, ਇਹ ਆ ਗਿਆ ਆਪਣਾ ਆਨਸਰ ਨੰਬਰ ਸੀ। ਓਕੇ, ਆਹ ਅਸਾਈਨਮੈਂਟ ਮੈਂ ਤੁਹਾਨੂੰ ਦੇ ਦੂੰਗਾ, ਮੈਂ ਆਪਦੇ ਕੋਲ ਨਹੀਂ ਰੱਖਣੀ। ਠੀਕ ਹੈ ਨਾ, ਆਹ ਰੋਕ ਕੇ ਸਵਾਲ ਕੱਢ ਲਿਆ ਕਰੋ। ਇਹ ਤੋਂ ਅਗਲੇ 'ਤੇ ਆ ਗਏ ਹੁਣ ਆਪਾਂ ਪੁੱਤਰੋ। ਇਹ ਤਾਂ ਸੌਖੀ ਲੱਗਦਾ ਗਾ, ਇਹ ਤਾਂ ਸਿੱਧੇ ਪਤਾ ਲੱਗੀ ਜਾਂਦਾ ਹੈਗਾ ਕਿ ਸਕੇਅਰ ਹੈ ਇਹ ਡਾਇਰੈਕਟ ਹੀ ਕੱਢ ਦਾਂਗੇ ਆਪਾਂ। ਚੌਂਕ ਚੌਂਕੀ 16, ਛਿਕਮ ਛਿਕਮ 36, 8 8 64। ਪਹਿਲਾਂ 4 ਆਇਆ, ਫਿਰ 6 ਆਇਆ, ਫਿਰ ਇੱਥੇ ਕਿੰਨਾ ਆਊਗਾ, ਬੋਲੋ ਜੀ ਕਿੰਨਾ ਆਊਗਾ ਇੱਥੇ। ਇੱਥੇ ਆਊਗਾ 10, 4 ਦੇ ਵਿੱਚ 2 ਜੋੜੇ 6, 6 ਦੇ ਵਿੱਚ ਹਾਂ 10, ਤੇ 10 ਦੀ 10 ਨਾਲ ਕੀਤੀ 100 ਆ ਗਿਆ ਆਨਸਰ। ਇਹ ਵੀ ਆਪਣਾ ਇਹ ਚੱਕਰ ਵਾਲੀ ਕਿਹੜੀ ਗੱਲ ਹੈ ਇਹਦੇ ਪੁੱਤਰੋ। ਹੁਣ ਆ ਗਿਆ ਆਪਾਂ 22ਵੇਂ 'ਤੇ। ਅੱਜ ਨਹੀਂ ਮੈਂ ਗਲਤੀ ਹੋਣ ਦਿੰਦਾ। ਤੁਸੀਂ ਨਾ ਕੱਲ੍ਹ ਮੈਨੂੰ ਗਲਤੀ ਫੜ ਕੇ ਨਾ ਤੁਸੀਂ ਮੈਨੂੰ ਬਹੁਤ ਤੰਗ ਕੀਤਾ। ਅੱਜ ਮੈਂ ਤੁਹਾਨੂੰ ਕੋਈ ਗਲਤੀ ਨਹੀਂ ਫੜਨ ਦੇਣਾ। ਅੱਜ ਮੈਂ ਪੂਰਾ ਸੋਚ ਸਮਝ ਕੇ ਸਵਾਲ ਕੱਢਦਾ ਕਿ ਨਾ ਤੁਸੀਂ ਮੈਨੂੰ ਉਹ ਕਰਨ ਲੱਗ ਜਾਣਾ, ਮਖੌਲ ਕਰਨ ਲੱਗ ਜਾਣਾ ਕਿ ਮਾਸਟਰ ਨਾ ਖਾਧੀ ਪੀਤੀ 'ਚ ਗਲਤੀ ਕਰ ਜਾਂਦਾ। ਦੇਖੋ ਪੁੱਤਰੋ, ਆਹ ਚੀਜ਼ ਆ ਗਈ। ਹੁਣ ਆਪਾਂ ਗੱਲ ਫੜ ਗਏ, ਫਿਰ ਇਹਦੇ 'ਚ ਕੋਈ ਪਹਿਲਾਂ ਆਪਾਂ ਡਿਫਰੈਂਸ ਦੇਖ ਲਈਏ ਇਹਨਾਂ ਦਾ। ਇੱਥੇ 864 ਮਤਲਬ ਚੀਜ਼ ਘਟਦੀ ਜਾ ਰਹੀ ਹੈ। ਇੱਥੋਂ ਆਪਾਂ ਨੂੰ ਕਨਫਰਮ ਹੋ ਗਿਆ ਪਹਿਲਾਂ 975 ਦੀ 864 ਹੋ ਗਈ, 753 ਦੀ 642। ਅਤੇ 975 ਦੇ ਵਿੱਚੋਂ ਜਦੋਂ ਆਪਾਂ 864 ਮਾਈਨਸ ਕਰਾਂਗੇ, ਇਹ ਆ ਗਿਆ 101 ਦਾ ਡਿਫਰੈਂਸ ਜੀ। ਇਹਦੇ ਬਾਅਦ 864 ਦੇ ਵਿੱਚ ਜਦੋਂ ਆਪਾਂ 753 ਘਟਾਵਾਂਗੇ, 1 1 1 ਇਹ ਵੀ ਆ ਗਿਆ 111 ਦਾ ਡਿਫਰੈਂਸ ਜੀ। ਅਤੇ ਜਦੋਂ ਇੱਥੇ ਡਿਫਰੈਂਸ, ਇੱਥੇ ਵੀ 111 ਦਾ ਡਿਫਰੈਂਸ ਹੀ ਆ ਜਾਂਦਾ। ਤਾਂ 642 ਦੇ ਵਿੱਚੋਂ ਚੁੱਪ ਕਰਕੇ 111 ਘਟਾ ਦਿਓ, 1 3 531 ਪਿਆ ਕੇ, ਅਤੇ ਆ ਗਿਆ ਜੀ ਆਨਸਰ। ਠੀਕ ਹੈ, ਕਲੂ ਫੜਨਾ ਸਿੱਖ ਲਓ, ਫਿਰ ਹੀ ਮੁਜਰਮ ਫੜੋਗੇ। ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀ ਕਿ ਸਾਰੇ ਕੈਦੀ ਨਾ ਭਜਾ ਦਿਓ ਉੱਥੇ, ਇਕੱਲੇ ਬਾਬੂ ਬਣ ਕੇ ਬਾਹਰ 'ਚ ਬੈਠੇ ਰਹੋਗੇ। ਅਸੀਂ ਮੁਲਾਜ਼ਮ ਹੈ ਜੀ, ਵਰਦੀ ਪਾਈ ਹੋਈ ਹੈ, ਅਤੇ ਅੰਦਰ ਕੁਛ ਵੀ ਨਾ ਹੋਵੇ ਕਿਤੇ। ਠੀਕ ਹੈ, ਕੈਦੀ ਬੈਠੇ ਹੋਟਲ 'ਚ ਵਧੀਆ ਚਾਹ ਚੂ ਪੀ ਜਾਂਦੇ ਹੁਣ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਆਪਾਂ 23ਵੇਂ ਸਵਾਲ 'ਤੇ ਜੀ। 23ਵੇਂ ਸਵਾਲ 'ਤੇ ਹੁਣ ਤੁਸੀਂ ਲਾਓ ਜੋੜ ਕਿ 23ਵਾਂ ਸਵਾਲ ਆਪਾਂ ਕਿਵੇਂ ਕੱਢਣਾ ਗਾ। ਠੀਕ ਹੈ ਜੀ, 23ਵਾਂ ਸਵਾਲ ਆਪਾਂ ਕਿਵੇਂ ਕੱਢਣਾ, ਇਹ ਵੀ ਆਪਾਂ ਨੂੰ ਗੱਲ ਫੜਨੀ ਪਊਗੀ। ਚਲੋ ਫੜਦੇ ਹਾਂ। 27 64 216, 1 ਮਿੰਟ, x 216। ਜਿਸ ਕਿ ਮੇਰਾ ਦਿਮਾਗ ਕਰਦਾ ਸਕੇਅਰ ਤੱਕ ਲਾਹੀ ਹੈ। 8 8 64 ਇਕੱਲਾ ਸਕੇਅਰ ਬਣਦਾ ਕਿਸੇ ਦਾ। ਆ ਵੀ ਨਹੀਂ ਕਿਸੇ ਦਾ ਸਕੇਅਰ ਹੈਗਾ, ਆ ਵੀ ਨਹੀਂ ਕਿਸੇ ਦਾ ਸਕੇਅਰ ਹੈਗਾ, ਇਹ ਵੀ ਨਹੀਂ। ਇਹ ਕਿਊਬ ਹੈਗੇ ਤਿੰਨੇ। ਕਿਊਬ ਦਾ ਮਤਲਬ ਸਮਝ ਲਓ ਕਿ ਕਿਸੇ ਚੀਜ਼ ਦੇ ਵਜੋਂ 3 ਵਾਰੀ ਗੁਣਾ ਕਰਦੇ। ਇਹਦਾ ਕਿਊਬ ਕੱਢ ਕੇ ਦੇਖੀਏ ਆਪਾਂ। 27 ਦਾ 3 ਗੁਣਾ 3 ਗੁਣਾ 3 ਕਰਾਂਗੇ, ਜਦੋਂ ਆਪਾਂ ਕਿੰਨਾ ਆ ਜਾਊਗਾ 27। ਜਦੋਂ ਆਪਾਂ 4 ਗੁਣਾ 4 ਗੁਣਾ 4 ਕਰਾਂਗੇ, ਕਿੰਨਾ ਆ ਜਾਊਗਾ 64। ਅਤੇ 3 ਦਾ ਕਰ ਲਿਆ, 4 ਦਾ ਕਰ ਲਿਆ, 6 ਦਾ ਕੱਢ ਕੇ ਦੇਖੀ। ਜੇ ਆਪਾਂ 6 ਦਾ ਕਰਕੇ ਸਹੀ ਆਉਂਦਾ, ਛਿਕਮ ਛਿਕਮ 36 36 ਛਿਕਾ 216। ਲੈ ਮੁੰਡੋ ਗੱਲ ਫੜ ਲਈ ਆਪਾਂ ਇੱਥੇ। ਅਤੇ ਇੱਥੇ 3 ਸੀ, ਇੱਥੇ 4 ਸੀ, ਇੱਥੇ ਕਿੰਨਾ ਆਉਣਾ ਚਾਹੀਦਾ, ਇੱਥੇ ਹੋਣਾ ਚਾਹੀਦਾ 5 ਗੁਣਾ 5 ਗੁਣਾ 5 125 ਆਉਣਾ ਚਾਹੀਦਾ ਆਨਸਰ ਇਹਦਾ। ਗੱਲ ਫੜ ਲਿਆ, ਕਿਊਬ ਬਣ ਰਿਹਾ ਤਿੰਨਾਂ ਦੀ। ਜੇ ਇੱਕ ਚੀਜ਼ 30 ਦੀ ਆਪਾਂ 3 ਨਾਲ ਗੁਣਾ ਕਰਦੇ 27 ਆਊਗਾ, 4 ਵਾਰੀ ਗੁਣਾ ਕਰਦੇ 64 ਆਊਗਾ। ਠੀਕ ਹੈ, ਅਤੇ ਤੁਸੀਂ ਨਾ ਕੀ ਕਰੋ, ਦੇਖੀਏ ਪਿਆ ਤਾਂ 125 ਕਿਤੇ ਆਪਸ਼ਨ ਦੇ ਵਿੱਚ ਆ ਪਿਆ। ਠੀਕ ਹੈ, ਆ ਪਿਆ 125। ਤੁਹਾਡਾ ਕੰਮ ਕੀ ਹੈ, ਇੱਕ ਰੀਜ਼ਨਿੰਗ ਵਾਲੇ ਤੁਸੀਂ ਗੱਲ ਸੁਣ ਲਓ। ਤੁਹਾਡਾ ਕੰਮ ਕੀ ਹੈ, ਕੱਲ੍ਹ ਨੂੰ ਤੁਸੀਂ 1 ਤੋਂ ਲੈ ਕੇ 20 ਤੱਕ, 1 ਤੋਂ ਲੈ ਕੇ 20 ਤੱਕ ਤੁਹਾਡੇ ਸਾਰਿਆਂ ਦੇ ਸਕੇਅਰ ਯਾਦ ਹੋਣੇ ਚਾਹੀਦੇ ਆ। ਸਕੇਅਰ ਮਤਲਬ ਸਮਝਦੇ ਹੋ ਕਿ 1 ਦੂਣੀ 1, 2 ਦੂਣੀ 4, 30 30, 9 ਚੌਂਕ ਚੌਂਕੀ 16, 11 11, 121 ਬਾਰੇ 144। ਠੀਕ ਹੈ, 13 13 169। ਇਹ ਸਾਰੇ ਤੁਸੀਂ ਯਾਦ ਕਰਕੇ ਆਉਣੇ ਆ। 14 14 196, 15 15 225, ਐਂ ਕਰਕੇ ਤੁਸੀਂ ਸਾਰੇ ਤੁਹਾਡੇ ਇਹ ਯਾਦ ਹੋਣੇ ਚਾਹੀਦੇ ਆ। ਠੀਕ ਹੈ ਨਾ, ਕੱਲ੍ਹ ਨੂੰ ਸਕੇਅਰ 1 ਤੋਂ ਲੈ ਕੇ 20 ਤੱਕ ਉਂਗਲਾਂ 'ਤੇ ਯਾਦ ਕਰ ਲਓ। ਠੀਕ ਹੈ, ਇਹਨਾਂ ਦਾ ਤੁਹਾਨੂੰ ਮੈਥ ਦੇ ਵਿੱਚ ਕੰਮ ਦੇਣਗੇ, ਨਾਲੇ ਦੇਣਗੇ ਰੀਜ਼ਨਿੰਗ ਦੇ ਵਿੱਚ ਕੰਮ। ਠੀਕ ਹੈ, ਇਹ ਕੰਮ ਆ ਤੁਹਾਡਾ ਕੱਲ੍ਹ ਦਾ ਕੰਮ ਹੈ। ਇਹ 1 ਤੋਂ ਲੈ ਕੇ 20 ਤੱਕ ਸਕੇਅਰ ਯਾਦ ਕਰਨੇ ਆ। ਠੀਕ ਹੈ, ਜੇ ਨਹੀਂ ਕਰਨੇ ਤਾਂ ਫਿਰ ਪੁਲਿਸ ਦੀ ਜੋਬ ਦੀ ਤੁਸੀਂ ਉਮੀਦ ਨਾ ਰੱਖੋ, ਅਤੇ ਪੱਕਾ ਕਰਨੇ ਆ ਇਹ। ਠੀਕ ਹੈ, ਇਹ ਸਵਾਲ ਕੱਢ ਲਿਆ ਸੀ। ਹੁਣ ਆਪਾਂ ਆ ਗਏ ਜੀ ਅਗਲੇ ਸਵਾਲ 'ਤੇ। ਅਗਲਾ ਸਵਾਲ ਕਿਹੜਾ ਆਪਣਾ, ਅਗਲਾ ਸਵਾਲ ਆ ਗਿਆ ਆਹ ਪੁੱਤਰੋ। ਇਹ ਆਪਣਾ ਦਿਮਾਗ ਲਵਾਉਣਗੇ ਐਤਕੀ ਲੱਗਦਾ ਮੈਨੂੰ, ਤਾਂ ਤਾਰ ਲੈਂਦੇ ਆਪਾਂ। ਦੇਖੋ 4 16 36 64
100। ਇੱਥੋਂ ਤੱਕ ਦਾ ਸਵਾਲ ਕੱਢ ਲਿਆ ਆਪਾਂ। ਇਹ ਕਰ ਕੀ ਰਿਹਾ ਹੁਣ? ਰੌਲਾ ਤਾਂ ਇੱਥੇ ਰੌਲਾ ਇਹ ਪੈ ਰਿਹਾ ਕਿ ਇਹ ਕਰ ਕੀ ਰਿਹਾ। ਨਾ ਤਾਂ ਇਹ ਸਕੇਅਰ ਬਣ ਰਿਹਾ ਹੈ ਨਾ, ਪਰ ਇਹ ਸਕੇਅਰ ਕਿਵੇਂ? ਹਾਂ, 2 ਦੀ 2 ਨਾਲ ਕੀਤੀ 4, 4 ਦੀ 4 ਨਾਲ ਕੀਤੀ 16, ਛਿਕਮ 36, 8 8 64, 10 ਦੀ 2 ਨਾਲ ਕੀਤੀ 100, 2 4 6 8, ਇੱਥੇ ਆ ਜਾਊਗਾ 12 12 12, 144। ਬਸ ਸਕੇਅਰ ਯਾਦ ਕਰ ਲਓ, ਸਕੇਅਰ ਨਾਲ ਮਸਲਾ ਹੀ ਹੈ ਸਾਰਾ। ਠੀਕ ਹੈ ਜੀ। ਹੁਣ ਆ ਗਿਆ ਆਪਾਂ ਇਦੋਂ ਅਗਲੇ ਸਵਾਲ 'ਤੇ। ਅਗਲੇ ਸਵਾਲ 'ਤੇ ਆਪਾਂ ਆ ਗਏ ਜੀ ਹੁਣ 25ਵੇਂ 'ਤੇ। 25ਵੇਂ 'ਤੇ ਆ ਗਏ ਮੁੰਡਿਓ। ਚਲੋ ਅੱਜ 25ਵਾਂ ਕਰੀਏ ਹੁਣ ਆਪਾਂ। 0 ਤੋਂ 6 ਹੋ ਗਿਆ, 6 ਤੋਂ 24 ਹੋ ਗਿਆ, 24 ਤੋਂ 60 ਹੋ ਗਿਆ, 60 ਤੋਂ x ਹੋ ਗਿਆ, x ਤੋਂ 210 ਹੋ ਗਿਆ। ਹੁਣ ਆਪਾਂ ਇਹ ਚੀਜ਼ ਕੱਢਣੀ ਹੈ ਕਿ ਇਹ ਚੀਜ਼ ਹੁਣ ਕਿਵੇਂ ਕੱਢੀ ਜਾਵੇ। ਠੀਕ ਹੈ ਜੀ। ਇਹ ਚੀਜ਼ ਕਿਵੇਂ ਕੱਢੀ ਜਾਵੇ? ਜੇ ਮੈਂ ਦੂਏ ਦਾ ਸਕੇਅਰ ਕਰਦਾ 2 ਦੂਣੀ 4 2 ਹੈ ਨਾ, ਤਾਂ ਦੇਖਦੇ ਹਾਂ। ਇੱਕ ਗੱਲ ਤਾਂ ਕਨਫਰਮ ਹੈ, 0 ਹਮੇਸ਼ਾ 0 ਜਿਹੜੀ ਵੀ ਆਉਂਦੀ ਹੁੰਦੀ, 0 ਜਦੋਂ ਵੀ ਆਉਂਦੀ ਹੁੰਦੀ ਹੈ ਪੁੱਤਰੋ, 0 ਨਾਲ ਹਮੇਸ਼ਾ ਮਾਈਨਸ ਹੋ ਕੇ ਆਊਗੀ। ਪਹਿਲਾਂ ਆਪਾਂ ਕਰ ਗਏ, ਜੇ ਆਪਾਂ ਕਿਊਬ ਕਰਦੇ 2 ਦੂਣੀ 4 4 ਦੂਣੀ 8, 8 'ਚੋਂ 2 ਘਟਾ ਗਏ ਹੈ ਨਾ। ਇੱਥੇ 2 ਦਾ ਕਿਊਬ 30 9 ਦੀ 27 27 ਚੋਂ, ਹਾਂ ਠੀਕ ਹੈ, ਗੱਲ ਫੜ ਲਈ ਆਪਾਂ। ਇਹਨਾਂ ਨੇ ਕੀ ਕੀਤਾ ਹੈਗਾ? ਕਿਊਬ ਕੀਤਾ। ਕਿਊਬ ਜਦੋਂ ਆਪਾਂ 1 ਨੂੰ 3 ਨਾਲ ਗੁਣਾ ਕਰਾਂਗੇ ਤਾਂ ਕਿੰਨਾ ਆ ਜਾਊਗਾ? 1 ਆ ਜਾਊਗਾ। 1 ਦੇ ਵਿੱਚ 1 ਮਾਈਨਸ ਕਰੀ ਤਾਂ 1 ਆ ਜਾਊਗਾ, 0 ਆ ਜਾਊਗੀ। ਠੀਕ ਹੈ। ਜਿਵੇਂ ਇਹਦਾ ਕੀਤਾ, ਇੱਥੇ 1 ਆ ਗਿਆ ਸੀ, ਇਹ ਦੁਬਾਰਾ ਨੇ ਚੱਕ ਲਈ ਪੁੱਤਰੋ 2 ਵਾਲੀ ਲਾਈਨ। 2 ਵਾਲੀ ਲਾਈਨ ਦਾ ਕੀ ਕੀਤਾ? 2 ਗੁਣਾ 2 ਗੁਣਾ 2, 2 ਦੂਣੀ 4 4 ਦੂਣੀ 8 ਹੋ ਗਿਆ। 8 ਹੋ ਗਿਆ। ਇੱਥੇ 1 ਘਟਾਇਆ ਸੀ, ਇੱਥੇ ਆਪਾਂ 2 ਘਟਾਏ, ਜਦੋਂ ਕਿੰਨਾ ਆ ਗਿਆ ਆਪਣੇ ਕੋਲੇ? 6। ਇਸ ਤੋਂ ਬਾਅਦ ਕੀ ਕੀਤਾ? ਇੱਥੇ 1 ਦਾ ਕਿਊਬ, ਇੱਥੇ 2 ਦਾ ਕਿਊਬ, ਇੱਥੇ ਕਿਊਬ ਕਰਨਗੇ 3 ਦਾ। 3 ਦਾ ਕਿਊਬ ਕੀਤਾ, ਇਹ ਆ ਗਿਆ 27। ਇੱਥੇ ਆਪਾਂ 1 ਘਟਾਇਆ ਸੀ, ਤੇ 2 ਘਟਾਏ, ਇੱਥੇ ਆਪਾਂ ਘਟਾ ਦੇਣਾ 3। ਇਹ ਕਿੰਨਾ ਆ ਗਿਆ? 24। ਓਕੇ। ਹੁਣ ਆ ਗਈ ਗੱਲ ਇੱਥੇ, ਚੌਂਕੋ ਚੌਂਕੀ 16, 16 ਚੌਂਕਾ 64, 64 ਦੇ ਵਿੱਚ ਇੱਥੇ 3 ਘਟਾਏ ਸੀ, ਇੱਥੇ ਸੀਰੀਜ਼ ਚੱਲੀ ਜਾਂਦੀ ਹੈ। ਇੱਥੇ ਆ ਗਿਆ 60, ਇੱਥੇ 1, ਇੱਥੇ 2, ਇੱਥੇ 3, ਇੱਥੇ 4, ਇੱਥੇ 5, ਅਤੇ 5 5 25 25 5 125, 125 'ਚ 5 ਘਟਾਏ, ਕਿੰਨੇ ਰਹਿ ਗਏ ਮਗਰ? 120। ਠੀਕ ਹੈ। 120 ਪੁੱਤਰੋਂ ਆਪਣਾ ਆਨਸਰ ਆ ਰਿਹਾ ਹੈ। ਠੀਕ ਹੈ ਜੀ। 120 ਆਪਣਾ ਆਨਸਰ ਆਇਆ। ਹੁਣ ਆਪਾਂ ਆਪਸ਼ਨ 'ਚ ਦੇਖ ਲਈਏ। ਸਵਾਲ ਕਿਹੜਾ ਸੀ ਆਪਣਾ? ਹਾਂ ਆਹ ਸੀ, ਆਹ ਪਿਆ 120। 125 'ਚ 5 ਘਟਾ ਕੇ ਕਿੰਨਾ ਆ ਗਿਆ? 120 ਆਪਣਾ ਆਨਸਰ ਆ ਗਿਆ ਜੀ। ਠੀਕ ਹੈ ਦੋਸਤੋ। ਇਸ ਤੋਂ ਬਾਅਦ ਆ ਗਿਆ ਆਪਾਂ 26ਵੇਂ 'ਤੇ। 26ਵੇਂ ਦੇ ਵਿੱਚ ਕੀ ਕਥਾ ਕਹਾਣੀ ਚਲਾਤੀ ਇਹਨਾਂ ਨੇ? 2 9 28 65, 2 9 28 65। ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਦਾ ਕਰੀਏ ਡਿਫਰੈਂਸ ਚੈੱਕ। 9 30 27, 3 ਦੂਣੀ 6, 3 ਦੂਣੀ 6 ਕਰੀਏ ਜੇ ਆਪਾਂ, 9 ਦੂਣੀ 18, 9 30 27 ਅਤੇ 28 28 30 ਤਾਂ ਵਾਲੇ ਟੱਪ ਜਾਣਗੇ ਹੈ ਨਾ। ਇਹ 'ਤੇ ਕੀ ਫਾਰਮੂਲਾ ਲੱਗਣਾ ਚਾਹੀਦਾ? 2 9 ਵਾਲੇ 'ਤੇ ਇਹ 'ਤੇ ਜੇ ਆਪਾਂ ਕਿਊਬ ਕਰੀਏ 1 ਦਾ, ਜਾਂ ਇਹ ਤੋਂ ਬਾਅਦ 2 ਦਾ ਕਿਊਬ ਕਰੀਏ, ਜਾਂ ਇਹ ਤੋਂ ਬਾਅਦ, ਹਾਂ ਠੀਕ ਹੈ ਠੀਕ ਹੈ, ਇਹ ਕਰ ਰਿਹਾ ਕਿਊਬ। ਦੇਖੋ ਦਿਮਾਗ ਦਾ ਬੱਚਾ ਲਾਉਣਾ ਪਊਗਾ ਯਾਰ, ਮੇਰੇ ਤਾਂ ਨਾ ਜਾਓ। ਠੀਕ ਹੈ ਨਾ। ਮੈਨੂੰ ਮੱਥਾ ਮਾਰਨ ਨੂੰ ਬਹੁਤ ਟਾਈਮ ਹੋ ਗਿਆ, ਕਿਤੇ ਕਹਦੂੰਗੀ ਇਹ ਤਾਂ ਮਿੰਟ 'ਚ ਹੀ ਕੱਢਦਾ ਹੁੰਦਾ। ਠੀਕ ਹੈ। ਮੱਥਾ ਮਾਰਨ ਦੇ ਟਾਈਮ ਲੱਗਦਾ, ਮੈਂ ਵੀ ਸੋਚ ਸਮਝ ਕੇ ਸਵਾਲ ਕੱਢਦਾ। ਠੀਕ ਹੈ। ਇਹ ਕੰਮ ਨਹੀਂ ਹੈਗਾ ਕਿ ਆਪਾਂ ਡਾਇਰੈਕਟ ਸਵਾਲ ਕੱਢ ਦਿੰਦੇ ਹਾਂ ਉਹੀ। ਦੇਖੋ ਚੀਜ਼, ਪਰ ਜਿੰਨਾ 'ਚ ਤੁਸੀਂ ਪਹਿਲਾਂ ਕਿਊਬ ਸਿੱਖੋ। ਸਭ ਤੋਂ ਪਹਿਲਾਂ ਤਾਂ ਯਾਰ ਇੱਕ ਕਿਊਬ ਸਿੱਖ ਲਓ, 1 ਤੋਂ ਲੈ ਕੇ 10 ਤੱਕ ਦਾ ਕਿਊਬ ਕਰ ਲਓ ਠੀਕ ਹੈ। ਅਤੇ 1 ਤੋਂ 10 ਤੱਕ ਕਿਊਬ ਕਰ ਲਓ, ਅਤੇ ਇੱਕ ਤੁਸੀਂ ਸਕੇਅਰ ਕਰ ਲਓ 1 ਤੋਂ ਲੈ ਕੇ 20 ਤੱਕ। ਦੇਖੋ ਆਹ ਸਵਾਲਾਂ ਜਿਵੇਂ ਡਾਇਰੈਕਟ ਇੱਥੋਂ ਪਤਾ ਲੱਗ ਗਿਆ, ਜਦੋਂ ਮੈਂ ਦੇਖੀ ਗੱਲ ਫੜ ਕੇ, ਪਹਿਲਾਂ 2 ਲਾਇਆ, ਫਿਰ 9 ਲਾਇਆ, ਫਿਰ 28 ਲਾਇਆ, ਫਿਰ 65 ਲਾਇਆ। ਇੱਥੇ ਮੈਂ ਜਦੋਂ 1 ਦੀ 3 ਨਾਲ ਕਰਕੇ ਦੇਖੀ, 1 ਆ ਗਿਆ, ਤਾਂ 1 ਜੋੜਿਆ ਵਿੱਚ 2 ਆ ਗਿਆ। ਇੱਥੇ 1 ਦਾ ਕਿਊਬ ਕੀਤਾ, ਇੱਥੇ ਮੈਂ 2 ਦਾ ਜੋ 3 ਦਾ ਕਿਊਬ ਕੀਤਾ, ਕਿੰਨੇ ਆ ਗਏ? 2 ਅਤੇ 1 ਜੋੜਤਾ ਇਹਦੇ ਵਿੱਚ। ਠੀਕ ਹੈ। ਇੱਥੇ ਮੈਂ ਜੋ 3 ਦਾ ਕਿਊਬ ਕੀਤਾ 27 ਹੋ ਗਏ, 27 ਦੇ ਵਿੱਚ 1 ਜੋੜਿਆ 28 ਹੋ ਗਏ। ਇੱਥੇ ਮੈਂ ਜੋ 4 ਦਾ ਕਿਊਬ ਕੀਤਾ, ਕਿੰਨਾ ਆ ਗਿਆ? 64, 64 ਦੇ ਵਿੱਚ 1 ਜੋੜਿਆ 65।
ਇੱਥੇ ਮੈਂ ਕਰੂੰਗਾ 5 ਦਾ ਕਿਊਬ, 5 ਦਾ ਕਿਊਬ ਕਰਕੇ ਕਿੰਨਾ ਆ ਜਾਊਗਾ ਮੇਰੇ ਕੋਲ 125, 125 ਦੇ ਵਿੱਚ ਜਦੋਂ ਮੈਂ ਇੱਕ ਜੋੜਾ ਕਿੰਨਾ ਆ ਗਿਆ ਮੇਰੇ ਕੋਲ 126। ਠੀਕ ਹੈ, ਇੱਕ ਵਾਰੀ ਤੁਸੀਂ ਸਵਾਲ ਦੇਖ ਲਿਓ, ਜੇ ਕਿਸੇ ਨੂੰ ਬਾਹਲੇ ਔਖੇ ਲੱਗਦੇ ਇੱਕ ਵਾਰੀ ਦੇਖ ਲਿਓ ਅਤੇ ਬਾਅਦ 'ਚ ਕਰ ਦਿਓ। ਹਜੇ ਕੱਲ੍ਹ ਦਾ ਦਿਨ ਅਤੇ ਪਰਸੋਂ ਦਾ 2 ਦਿਨ ਇਹ ਹੋਰ ਚੱਲਣੀ ਹੈ, ਦੁਬਾਰਾ ਆਪਾਂ ਫਿਰ ਆਪਾਂ ਨਵੀਂ ਇਕਾਈ 'ਤੇ ਜਾਵਾਂਗੇ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਆਪਣਾ ਅਗਲਾ ਫੈਕਟ 7, 25, 61, 121। ਇਹ ਸਵਾਲ ਕਿਵੇਂ ਕਰਨਾ ਹੁਣ ਆਪਾਂ, ਹੁਣ ਇਹਦਾ ਵੀ ਰੌਲਾ ਪੈ ਗਿਆ। ਠੀਕ ਹੈ, ਪਹਿਲਾਂ ਡਿਫਰੈਂਸ ਕੱਢ ਕੇ ਦੇਖਦੇ ਹਾਂ। ਡਿਫਰੈਂਸ ਤਾਂ ਇੱਥੇ ਦਾ ਬਣਦਾ ਇਹਦਾ 18, ਇਹ ਤੋਂ ਬਾਅਦ ਪਈ ਜਾਂਦਾ ਫਰਕ 25, 35, 36 ਦਾ, ਹੈ ਨਾ। ਇਹ 18 ਦਾ ਫਰਕ ਪੈਂਦਾ, ਇੱਥੇ 36 ਦਾ ਫਰਕ ਪੈਂਦਾ। 121 ਅਤੇ 61, 0, 6, 18 ਨਾਲ 36, 36 ਜੋੜਾ ਕਿੰਨੇ ਹੁੰਦੇ ਆ? ਇਹਦੇ ਵਿੱਚ 18 ਜੋੜੇ ਨਾ ਬਣ ਗਏ ਅਤੇ 36 ਜੋੜੇ ਨਾ ਬਣ ਗਿਆ। ਅਤੇ ਦੁਬਾਰਾ ਜੇ ਆਪਾਂ 61 ਦੇ ਵਿੱਚ 36 ਜੋੜਾ ਕਿੰਨੇ ਹੁੰਦੇ ਆ? 72 ਹੁੰਦੇ ਆ। ਹਾਂ 72। ਜੇ ਆਪਾਂ 61 ਦੇ ਵਿੱਚ 72 ਜੋੜਦੇ ਹਾਂ 3, 12 ਤੇ 13, 133 ਹੁੰਦਾ। 133 ਕਿਤੇ ਆ ਨਹੀਂ ਰਿਹਾ, ਹੈ ਨਾ। ਅਤੇ ਇਹ ਤਰੀਕਾ ਤਾਂ ਆਪਣਾ ਪੁੱਤਰ ਹੋ ਗਿਆ ਫੇਲ। ਹੁਣ ਇਹ ਬਣ ਰਹੇ ਨੇ ਕਿਊਬ, ਹੈ ਨਾ। ਹਾਂ ਕਿਊਬ ਬਣ ਰਿਹਾ ਇਹ 2 ਦਾ ਕਿਊਬ ਬਣ ਰਿਹਾ, ਇਹ ਕਿਊਬ ਬਣ ਰਿਹਾ 2 ਦਾ। 2 ਦਾ ਕਿਊਬ ਬਣਾ ਕੇ ਦੇਖੀਏ। 2 ਦੀ ਪਾਵਰ 3, 2 ਦੂਣੀ 4, 4 ਦੂਣੀ 8, 8 ਦੇ ਵਿੱਚੋਂ ਇੱਕ ਘਟਾਇਆ ਕਿੰਨਾ ਆ ਗਿਆ 7। ਇਹ ਤੋਂ ਬਾਅਦ 30 ਦਾ ਕਿਊਬ ਬਣਾ ਲਈਏ ਆਪਾਂ। 30, 9, 9 ਤੀਆ 27, 27 ਦੇ ਵਿੱਚੋਂ 2 ਕੱਢੇ, ਬਸ ਬਣ ਗਈ ਗੱਲ 25। ਇਹ ਤੋਂ ਬਾਅਦ 4 ਦਾ ਕਿਊਬ 64, 64 ਦੇ ਵਿੱਚੋਂ 3 ਘਟਾਏ ਕਿੰਨੇ ਰਹਿ ਗਏ ਮਗਰ 61। ਇਹ ਤੋਂ ਬਾਅਦ 5 ਦਾ ਕਿਊਬ 125, 125 ਜੋ ਸੀਰੀ ਚੱਲੀ ਜਾਂਦੀ ਹੈ 1, 2, 3, 4 ਘਟਾਏ ਕਿੰਨੇ ਰਹਿ ਗਏ ਮਗਰ 125 ਤੋਂ 4 ਘਟਾਏ ਮਗਰ ਰਹਿ ਗਏ 121। ਹੁਣ ਆ ਗਿਆ 6ਵੇਂ ਦਾ ਕਿਊਬ। 6ਵੇਂ ਦਾ ਕਿਊਬ ਕਿੰਨਾ ਹੋਊਗਾ? 6, 36, 36, 216। 216 ਦੇ ਵਿੱਚੋਂ ਆਪਾਂ ਕਿੰਨੇ ਘਟਾਵਾਂਗੇ? ਇੱਥੇ ਘਟਾਏ, ਇੱਥੇ 2 ਘਟਾਏ ਆ, ਇੱਥੇ 3 ਘਟਾਏ ਆ, ਇੱਥੇ ਘਟਾਵਾਂਗੇ ਆਪਾਂ 5 ਅਤੇ ਇਹਦਾ ਆਨਸਰ ਆ ਜਾਊਗਾ 211। ਆਹ ਪਈ ਹੈ ਜੀ ਆਪਸ਼ਨ ਨੰਬਰ 211। ਠੀਕ ਹੈ, ਥੋੜ੍ਹਾ ਤੁਸੀਂ ਆਪ ਵੀ ਕੱਢ ਕੇ ਦੇਖੋ, ਦਿਮਾਗ ਤਾਂ ਤੁਹਾਨੂੰ ਲਾਉਣਾ ਪਊ ਬੱਚੋ। ਇਹ ਬਿਲਕੁਲ ਸੌਖੇ ਸਵਾਲ ਹੈ, ਇਦੋਂ ਥੱਲੇ ਕਿਸੇ ਚੀਜ਼ ਦਾ ਲੇਵਲ ਨਹੀਂ ਹੋ ਸਕਦਾ, ਨਾ ਇਦੋਂ ਸੋਹਣੇ ਤਰੀਕੇ ਨਾਲ ਤੁਸੀਂ ਕਿਤੋਂ ਪੜ੍ਹ ਸਕੋ। ਠੀਕ ਹੈ ਜੀ, ਹੁਣ ਆ ਗਿਆ ਆਪਾਂ 28ਵੇਂ 'ਤੇ ਜੀ। 28ਵਾਂ ਸਵਾਲ ਕਿਵੇਂ ਕਰਨਾ? ਦੇਖੋ ਇੱਕ ਗੱਲ ਤਾਂ ਆਪਾਂ ਨੂੰ ਕਲੀਅਰ ਹੋ ਗਈ, ਚੀਜ਼ ਵੱਧ ਰਹੀ ਹੈ, ਚੀਜ਼ ਰਹੀ ਹੈ ਵੱਧ। 198 ਸੀ, ਫਿਰ 202 ਹੋ ਗਏ, ਫਿਰ 211 ਹੋ ਗਿਆ, ਫਿਰ 227 ਹੋ ਗਿਆ, ਹੁਣ ਹੋ ਗਈ ਐਕਸ। ਕਿੰਨੇ ਦਾ ਫਰਕ ਪੈ ਗਿਆ? 4 ਦਾ। 8, 9, 9 ਦਾ ਫਰਕ ਪੈ ਗਿਆ। 6, 1, 16 ਦਾ ਫਰਕ ਪੈ ਗਿਆ। ਠੀਕ ਹੈ, 16 ਦਾ ਫਰਕ ਪੈ ਗਿਆ। ਅਤੇ ਇਦੋਂ ਬਾਅਦ ਇੱਥੇ ਫਰਕ ਕਿਹਦਾ ਪੈ ਗਿਆ? ਇਹ 'ਚ 5 ਜੋੜੇ, ਹੈ ਨਾ। ਜੇ ਆਪਾਂ 4 ਦੇ ਵਿੱਚ 5 ਜੋੜਦੇ ਹਾਂ 9 ਬਣਦਾ, 9 ਦੇ ਵਿੱਚ 7 ਜੋੜਦੇ ਹਾਂ ਤਾਂ 16 ਬਣਦਾ। ਜੇ ਆਪਾਂ 16 ਦੇ ਵਿੱਚ 5, 7, 9 ਜੋੜ ਕੇ ਦੇਖੀਏ, 16 ਦੇ ਵਿੱਚ 9 ਜੋੜ ਕੇ ਦੇਖੀਏ, 9, 10, 15, 25। ਠੀਕ ਹੈ, 25 ਹੋ ਗਿਆ। 227 ਦੇ ਵਿੱਚ ਜੇ ਆਪਾਂ 25 ਜੋੜ ਗਏ 252। ਲੈ ਪੁੱਤਰੋ ਕੀ ਹੋ ਗਿਆ ਆਨਸਰ? 252 ਆ ਗਿਆ। ਠੀਕ ਹੈ, ਹੁਣ ਇੱਥੇ ਦੇਖੋ, ਇਹ 'ਚ ਆਪਾਂ ਕੀ ਕੀਤਾ? ਡਿਫਰੈਂਸ ਲਿਖ ਲਿਆ, ਇੱਥੇ 4 ਆ ਗਿਆ, ਇੱਥੇ 9 ਆ ਗਿਆ, ਇੱਥੇ 16 ਆ ਗਿਆ। ਠੀਕ ਹੈ, ਇਹ ਤੋਂ ਬਾਅਦ ਆ ਗਈ ਸੀ ਐਕਸ। ਆਪਾਂ ਇੱਥੇ ਡਿਫਰੈਂਸ ਲਿਖ ਕੇ 4 ਆਈ ਜਾਂਦਾ ਸੀ, ਇੱਥੇ 9 ਆਈ ਜਾਂਦਾ ਸੀ, 16 ਆਈ ਜਾਂਦਾ ਸੀ। ਇੱਕ ਦਾ ਤਰੀਕਾ ਮੈਂ ਵਰਤਿਆ, ਦੇਖੋ ਇੱਥੇ 2 ਤਰੀਕੇ ਕੰਮ ਕਰਨਗੇ, ਦੂਸਰਾ ਵੀ ਮੇਰੇ ਦਿਮਾਗ 'ਚ ਆ ਗਿਆ। ਉਹ ਤਰੀਕਾ ਕਿਹੜਾ? ਦੇਖੋ ਜੇ ਆਪਾਂ 4 ਦੇ ਵਿੱਚ 5 ਜੋੜਿਆ ਤਾਂ 9 ਬਣ ਗਿਆ, 9 ਤੋਂ ਬਾਅਦ ਜਦੋਂ ਆਪਾਂ 7 ਜੋੜਿਆ 16 ਬਣ ਗਿਆ ਨਾ, ਮਤਲਬ 2 ਦਾ ਫਰਕ ਪਿਆ, ਸੀਰੀ ਚੱਲ ਪਈ ਨਾ ਜੋ ਕਲੀ ਵਾਲੀ 5, 7, 9। ਇਹ ਤੋਂ ਬਾਅਦ ਆਪਾਂ ਨੂੰ ਮੈਨੂੰ ਪਤਾ ਸੀ, ਮੈਂ ਕਿਹਾ ਇੱਥੇ 9 ਦੇ ਚਾਂਸ ਹੈਗੇ ਆ। ਜੇ ਮੈਂ 16 'ਚ ਜੋ 9 ਜੋੜ ਕੇ ਦੇਖੇ ਤਾਂ ਮੇਰੇ ਕੋਲ ਬਣ ਗਿਆ 25, 25 ਮੇਰੇ 'ਚ ਜੋੜਤਾ 252 ਬਣ ਗਿਆ। ਠੀਕ ਹੈ, ਇੱਕ ਤਰੀਕਾ ਤਾਂ ਇਹ ਹੈ। ਦੂਜਾ ਤਰੀਕਾ ਇਹ ਵੀ ਬਣਦਾ ਹੈ, ਕਿੱਥੋਂ ਦੇਖੋ ਦੂਜਾ ਤਰੀਕਾ ਕੀ ਬਣਦਾ? ਆਹ ਸਕੇਅਰ ਬਣ ਜਾਂਦੇ ਨਾ, ਆਹ ਤਾਂ ਬਣੀ ਜਾਂਦਾ ਦੂਏ ਦਾ ਸਕੇਅਰ।
ਆਹ ਬਣੀ ਜਾਂਦਾ 30 ਦਾ ਸਕੁਅਰ, ਆਹ ਬਣੀ ਜਾਂਦਾ 34 ਦਾ ਸਕੁਅਰ। ਇੱਥੇ ਕੀ ਬਣੂਗਾ 5 ਦਾ ਸਕੁਅਰ, 5 5 25 25 ਜੋੜ ਦੋ ਸਿੱਧਾ, ਇੱਥੇ ਵੀ ਆਨਸਰ ਉਵੇਂ ਬਣ ਰਿਹਾ। ਭਾਵੇਂ ਮੈਂ ਦੂਸਰਾ ਤਰੀਕਾ ਲਾ ਲਓ, ਭਾਵੇਂ ਸਕੁਅਰ ਵਾਲਾ ਤਰੀਕਾ ਲਾ ਲਓ, ਦੋ ਤਰੀਕਿਆਂ ਨਾਲ ਸਵਾਲ ਨਿਕਲ ਰਿਹਾ। ਦੇਖੋ ਅੱਧੇ ਬੱਚੇ ਕਹਿਣਗੇ ਸਰ ਆਹ ਤਰੀਕੇ ਨਾਲ ਸਵਾਲ ਨਿਕਲਦਾ, ਅੱਧੇ ਹੋਊਗੇ ਇਹ ਤਰੀਕਾ ਹੁੰਦਾ ਬੱਚੋ ਰੀਜ਼ਨਿੰਗ ਦਾ ਕਿ ਹਰੇਕ ਬੰਦੇ ਦਾ ਅਲੱਗ-ਅਲੱਗ ਮਾਈਂਡ ਕੰਮ ਕਰਦਾ। ਹੁਣ ਦੇਖੋ ਆਹ ਸਵਾਲ ਦੋ ਤਰੀਕਿਆਂ ਨਾਲ ਨਿਕਲ ਗਿਆ ਆਪਣਾ, ਇੱਕ ਵਾਰ ਇੱਥੇ ਨਿਕਲ ਗਿਆ ਡਿਫਰੈਂਸ ਕੱਢ ਕੇ, ਇੱਕ ਸਿੱਧਾ ਪਤਾ ਲੱਗ ਗਿਆ ਤੇ ਸਕੁਅਰ ਹੀ ਹੈ। ਠੀਕ ਹੈ ਨਾ। ਇਹ ਸਵਾਲ ਤੁਸੀਂ ਇਹਦੇ ਧਿਆਨ ਨਾਲ ਕੱਟ ਲਿਓ ਚੰਗੀ ਤਰ੍ਹਾਂ ਬਹਿ ਕੇ। ਹੁਣ ਆ ਗਿਆ ਆਪਣਾ 29 2 ਸਵਾਲ ਹੀ ਰਹਿ ਗਏ, 30 ਤੱਕ ਹੀ ਕਰਾਂਗੇ। 0 7 26 63। ਠੀਕ ਹੈ 0 7 26 63। ਜਦੋਂ ਸਿੱਧੀ ਗੱਲ ਹੈ, ਜਦੋਂ ਇੱਥੇ 0 ਆ ਰਹੀ ਹੈ ਕਹਿੰਦਾ ਮਤਲਬ ਕਿਊਬ ਤਾਂ ਇੱਥੇ ਹੁੰਦੇ ਹੀ ਹੋਊ ਕਿਸੇ ਨਾ ਕਿਸੇ, ਤਾਂ ਹੀ 0 ਬਣੀ ਹੈ। ਜਦੋਂ 2 ਦਾ ਕਿਊਬ ਕਰਾਂਗੇ ਕਿੰਨਾ ਆ ਜਾਊਗਾ 6, 6 ਦੇ ਵਿੱਚੋਂ ਇੱਕ ਮਾਈਨਸ ਹੋ ਗਿਆ। ਇੱਥੇ ਅਗੋ 3 3 ਦਾ ਕਿਊਬ ਕੀਤਾ 27, 27 ਚੋਂ ਇੱਕ ਕੀਤਾ 26, ਇਹਦੇ 34 ਦਾ 64, 64 ਚੋਂ ਇੱਕ ਘਟਾਈ ਦੁਬਾਰਾ 5 5 5 25 25 ਤੇ ਇੱਕ ਘਟਾਤਾ 24 100। ਠੀਕ ਆ ਸਵਾਲ ਤੁਸੀਂ ਆਪ ਕੱਢਣ ਦੀ ਕੋਸ਼ਿਸ਼ ਕਰਨੀ ਹੈ, ਬਹੁਤ ਸੌਖਾ ਸਵਾਲ ਹੈ। ਉਹਦਾ ਮੈਂ ਤੁਹਾਨੂੰ ਕੱਢ ਕੇ ਦੇਤਾ, ਆਪ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਇਸ ਤੋਂ ਬਾਅਦ ਆ ਗਿਆ 1 4 9 16। ਠੀਕ ਹੈ 1 4 9 16 ਸਕੁਅਰ ਬਣ ਰਿਹਾ ਇਹ, ਹਾਂ ਸਕੁਅਰ ਬਣੀ ਜਾਂਦਾ। ਦੇਖੋ ਬੱਚੋ ਸਿੱਧੀ ਸਕੁਅਰ ਬਣੀ ਜਾਂਦਾ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ 125 ਨਾ ਕੱਲਾ 25 ਸੱਚ 5 5 25। ਓਕੇ ਜੀ। ਅੱਜ ਪੁੱਤਰੋਂ ਮੈਂ ਕੋਈ ਗਲਤੀ ਨਹੀਂ ਕੀਤੀ। ਠੀਕ ਹੈ ਨਾ। ਅੱਜ ਪੂਰੀ ਮੈਂ ਧਿਆਨ ਨਾਲ ਪੜ੍ਹਾਇਆ। ਕੱਲ੍ਹ ਥੋੜ੍ਹਾ ਜਿਹਾ ਮੈਂ ਕਾਹਲੀ 'ਚ ਸੀ, ਪਰ ਹੁਣ ਕਾਹਲੀ ਨਹੀਂ ਹੋਇਆ ਕਰਦੀ ਆਪਣੀ। ਅਤੇ ਇੱਕ ਨਾ ਤੁਹਾਨੂੰ ਦੱਸਣਾ ਭੁੱਲ ਗਿਆ, ਮੈਂ ਨਾ ਆਪਣੇ ਘਰ ਕੋਲ ਡੇਰਾ ਯਾਰ ਬਾਬੇ ਦਾ। ਠੀਕ ਹੈ ਨਾ। ਅਤੇ ਬਾਬਾ ਨਾਥ ਨੇ ਬਾਬਾ ਜੀ ਵਿਚਾਰੇ ਪਾਠ ਕਰਦੇ ਹੁੰਦੇ, ਕਈ ਵਾਰੀ ਅੱਜ ਭੋਗ ਸੀ ਕਿਸੇ ਦਾ, ਅਤੇ ਉਹ ਤਾਂ ਕਰਕੇ ਨਾ ਅੱਜ ਲੈਕਚਰ ਲੇਟ ਹੋ ਗਏ ਆਪਣੇ। ਫਿਰ ਨਾ ਵਿੱਚ ਆਵਾਜ਼ ਆਉਂਦੀ, ਤੁਸੀਂ ਮਤਲਬ ਤੁਹਾਨੂੰ ਪਤਾ ਨਹੀਂ ਲੱਗਦਾ, ਤੁਸੀਂ ਨਾ ਥੋੜ੍ਹੇ ਜਿਹੇ ਪਜਲ ਹੋ ਜਾਂਦੇ ਹੋ, ਅਤੇ ਕਿੱਧਰੋਂ ਮੇਰੀ ਵੀ ਆਵਾਜ਼ ਕਲੀਅਰ ਹੋਣੋਂ ਹਟ ਜਾਂਦੀ ਹੈ। ਠੀਕ ਹੈ। ਅਤੇ ਬਾਕੀ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਭਾਈ ਪੁੱਛ ਲਓ ਮੈਸੇਜ ਕਰਕੇ ਟੈਲੀਗ੍ਰਾਮ 'ਤੇ, ਆਹ ਸਕਰੀਨਸ਼ੋਟ ਖਿੱਚ ਕੇ ਭੇਜ ਦਿਓ। ਬਾਕੀ ਸਾਰੇ ਸਵਾਲ ਕਰਾਉਣ ਦੀ ਮੈਂ ਕੋਸ਼ਿਸ਼ ਕੀਤੀ ਹੈ, ਅਤੇ ਇਕੱਲਾ ਸਵਾਲ ਰੋਕ ਰੋਕ ਕੇ ਕਰ ਲਿਓ। ਠੀਕ ਹੈ। ਆਹ ਆਪਣੀ ਆਹ ਸਵਾਲ ਹੈਗੇ, ਇਹ ਤੁਸੀਂ ਦੇਖ ਲਿਓ, ਇੱਕ ਵਾਰੀ ਕੱਢ ਲਿਓ, ਰੋਕ ਰੋਕ ਕੇ ਵੀਡੀਓ ਦੇਖ ਲਿਓ। ਤੁਹਾਨੂੰ ਮੈਂ PDF ਅਜੇ ਤਾਂ ਨਹੀਂ ਪਾ ਰਿਹਾ ਕਿਉਂਕਿ PDF ਦੇ ਵਿੱਚ ਹੀ ਮੈਂ ਘੱਟੋ ਘੱਟ 80 ਸਵਾਲ ਕਵਰ ਕਰਨੇ PDF ਦੇ ਵਿੱਚ ਹੀ। ਠੀਕ ਹੈ ਨਾ। PDF ਦੇ ਵਿੱਚ ਸਵਾਲ ਕਵਰ ਕਰਕੇ ਤੁਹਾਨੂੰ ਮੈਂ ਇਕੱਠੀ PDF ਦੇਵਾਂਗਾ, ਉਹਨਾਂ 'ਚ ਤੁਸੀਂ ਵੀਡੀਓ 'ਤੇ ਦੇਖ ਲਿਆ ਕਰੋ ਰੋਕ ਰੋਕ ਕੇ। ਠੀਕ ਹੈ। ਅਤੇ ਜੇ ਮੈਨੂੰ ਦੱਸ ਦਿਓ ਲੈਕਚਰ ਕਿਵੇਂ ਲੱਗਿਆ, ਜਾਂ ਲਾਇਕ ਲੂਕ ਕਰ ਦਿਆ ਕਰੋ ਬਾਈ ਬਣ ਕੇ, ਐਂ ਨਾ ਕਰਿਆ ਕਰੋ ਚੰਗਾ। ਠੀਕ ਹੈ। ਆਹ ਤੁਸੀਂ ਦੇਖ ਲਿਓ ਇੱਕ ਵਾਰੀ, ਅਤੇ ਜਿਉਂਦੇ ਵਾਦੇ ਰਹੋ, ਲਾਈਕ ਅਤੇ ਸਬਸਕ੍ਰਾਈਬ ਕਰ ਦਿਆ ਕਰੋ। ਠੀਕ ਹੈ। ਅਤੇ ਬਾਕੀ ਭਾਈ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਪੁੱਛ ਲਿਆ ਕਰੋ, ਬਹੁਤ ਬੱਚੇ ਮੈਸੇਜ ਕਰਕੇ ਪੁੱਛਦੇ ਹੈਗੇ, ਅਤੇ ਜ਼ਰੂਰ ਪੁੱਛਿਆ ਕਰੋ ਜੇ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ। ਅਤੇ ਆਹ ਤਾਂ ਪੱਕੇ ਕਰਨੇ ਤੁਸੀਂ ਇੱਕ ਸਾਡਾ 1 ਤੋਂ ਲੈ ਕੇ 20 ਤੱਕ ਦੇ ਸਕੁਅਰ ਯਾਦ ਕਰ ਲਿਓ, ਅਤੇ 1 ਤੋਂ ਲੈ ਕੇ 10 ਤੱਕ ਦੇ ਕਿਊਬ ਯਾਦ ਕਰ ਲਿਓ। ਠੀਕ ਹੈ। ਇਹ ਤੁਹਾਡਾ ਕੰਮ ਅੱਜ ਹੋਮਵਰਕ ਹੈਗਾ। ਠੀਕ ਹੈ। ਫਿਰ ਹੀ ਸਵਾਲ ਨਿਕਲਣ ਲੱਗਣਗੇ ਰੀਜ਼ਨਿੰਗ ਦੇ। ਆਹ 2 ਚੀਜ਼ਾਂ ਯਾਦ ਕਰ ਲਿਓ। ਓਕੇ। ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵਾਦੇ ਰਹੋ। ਅਤੇ ਜੇ ਕਿਸੇ ਬਾਕੀ ਟ੍ਰਾਇਲਾਂ ਦੀ ਗੱਲ ਹੈ, ਟ੍ਰਾਇਲਾਂ ਵਾਲੀ ਵੀਡੀਓ ਮੈਂ ਠਹਿਰ ਕੇ ਬਣਾਉਂਗਾ ਹਜੇ, ਚੰਗਾ ਥੋੜ੍ਹੇ ਦਿਨ ਖੜ੍ਹ ਜਾਓ। ਅਤੇ ਜਿਉਂਦੇ ਵਾਦੇ ਰਹੋ ਦੋਸਤੋ। ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਵਾਸਤੇ।